ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੇਰੇ ਨਾਲ ਨੇ ਜਤਿੰਦਰ ਖੈਰਾ, ਮੈਂ ਹਾਂ ਸੰਜੀਵ ਯਸ਼ ਖੰਨਾ। ਸੋ ਖੈਰਾ ਸਾਹਿਬ, ਸਾਨੂੰ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਕਿ ਪੰਜਾਬ ਗੌਰਮੈਂਟ ਵੱਲੋਂ ਜੌਬਸ ਨਹੀਂ ਹੈਗੀਆਂ, ਨੌਜਵਾਨ ਕੀ ਕਰਨ, ਨੌਜਵਾਨ ਬਾਹਰ ਜਾ ਰਹੇ ਨੇ, ਥੋੜ੍ਹੀਆਂ ਬਹੁਤ ਜੌਬਸ ਮਿਲਦੀਆਂ ਨੇ। ਹੁਣ 27 ਜੌਬਸ ਵੀ ਦਿੱਤੀਆਂ ਸੀ ਜਿਹੜੀਆਂ ਤਰਸ ਦੇ ਆਧਾਰ 'ਤੇ ਕਿਹਾ ਜਾਂਦਾ ਸਿਹਤ ਵਿਭਾਗ ਦੇ ਵਿੱਚ। ਸੋ ਇਸ ਤਰ੍ਹਾਂ ਦੀਆਂ ਕਈ ਮੁਹਿੰਮਾਂ ਚੱਲਦੀਆਂ ਪਈਆਂ। ਪਰ ਇੱਕ ਨਵੀਂ ਗੱਲ ਜਿਹਨੂੰ ਕਹਾਂਗਾ ਕਿ ਜੱਗੋਂ 13ਵੀਂ ਗੱਲ ਸਾਹਮਣੇ ਆਈ ਹੈ ਕਿ ਗੈਂਗਸਟਰਸ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ WhatsApp ਨੰਬਰ ਜਾਰੀ ਕੀਤਾ ਹੈ ਕਿ ਜੋ ਲੋਕ ਸਾਡੇ ਗਰੁੱਪ ਦਾ ਮੈਂਬਰ ਬਣਨਾ ਚਾਹੁੰਦੇ ਨੇ ਉਹ ਇਸ ਨੰਬਰ ਦੇ ਉੱਤੇ ਸਾਨੂੰ ਆਪਣੀਆਂ ਡਿਟੇਲਸ ਭੇਜਣ। ਮਤਲਬ ਭਰਤੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਆਨਲਾਈਨ ਆਪਣੇ ਗਰੁੱਪਸ ਦੇ ਵਿੱਚ ਗੈਂਗਸਟਰਸ ਨੇ। ਸੋ ਇਹ ਵੀ ਨੌਕਰੀਆਂ ਨਿਕਲੀਆਂ ਨੇ। ਹਾਂ, ਬੜੀ ਜਦੋਂ ਤੁਸੀਂ ਕਿਹਾ ਕਿ ਜੱਗੋ ਵੱਖਰੀ ਗੱਲ ਆ, ਵਾਕਈ ਜੱਗੋ ਵੱਖਰੀ ਆ। ਪਤਾ ਹੀ ਨਹੀਂ ਲੱਗਦਾ ਵੀ ਇਹ ਚੀਜ਼ ਹੋਣੀ ਚਾਹੀਦੀ ਸੀ ਕਿ ਨਹੀਂ ਹੋਣੀ ਚਾਹੀਦੀ। ਐਡੇ ਇਹਨਾਂ ਦੇ ਹੌਸਲੇ ਵੱਧ ਗਏ ਆ। ਥੋੜ੍ਹੇ ਦਿਨ ਪਹਿਲਾਂ ਆਪਾਂ ਬੜੀਆਂ ਖਬਰਾਂ ਬਣਦੇ ਸੀ, ਕਿੱਦਾਂ ਹੁਣ ਮੈਨੂੰ ਲੱਗਦਾ ਕਿ ਭੂਮਿਕਾ ਬਣਦੇ ਸੀਗੀ ਕਿ ਪੰਜਾਬ ਦੇ ਵਿੱਚ ਹਾਈ ਅਲਰਟ 'ਤੇ ਆ, ਪੰਜਾਬ ਗੈਂਗ ਵਾਰ ਹੋ ਸਕਦੀ ਹੈ। ਹੁਣ ਐਡਾ ਆਪਾਂ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਬੜੇ ਆਰਗੇਨਾਈਜ਼ਡ ਕ੍ਰਾਈਮ ਆ ਇਹ ਪੈਰਲਲ ਗਵਰਨਮੈਂਟ ਵਾਂਗੂ ਹੋ ਗਿਆ ਵੀ ਇੱਕ ਬੰਨੇ ਤਾਂ ਗਵਰਨਮੈਂਟ ਚੱਲਦੀ ਆ, ਦੂਸਰੇ ਬੰਨੇ ਇਹਨਾਂ ਦਾ ਇੱਕ ਗਰੋਹ ਚੱਲਦਾ ਜਿਹੜਾ ਬੜੇ ਕਹਿ ਲਈਏ ਕਿ ਬੜੇ ਮਿਣੇ ਗਿੱਥੇ ਤਰੀਕੇ ਦੇ ਨਾਲ ਚੱਲਣ ਡਿਆ। ਇਦੋਂ ਵੱਧ ਕੇ ਪੰਜਾਬ ਦਾ ਘਾਣ ਨਹੀਂ ਹੋ ਸਕਦਾ। ਪੰਜਾਬ ਦੇ ਨਿਆਣਿਆਂ ਨੂੰ, ਪੰਜਾਬ ਦੇ ਉਹਨਾਂ ਜਵਾਕਾਂ ਨੂੰ ਜਿਹੜੇ ਕਿ ਬਹੁਤਾਤ, ਮੈਂ ਇੱਥੋਂ ਤੱਕ ਕਿ ਮੈਂ ਬੜਾ ਹੈਰਾਨ ਹਾਂ ਕਿਉਂਕਿ ਮੈਂ ਜਦੋਂ ਘਰ ਜਾਂਦਾ ਤਾਂ ਮੇਰਾ ਇੱਕ ਛੋਟਾ ਭਤੀਜਾ ਆ, ਉਹ ਜਦੋਂ ਸਟੇਟਸ ਅੱਜ ਕੱਲ੍ਹ ਨਾ ਫੋਨ ਚਲਾ ਲੈਂਦਾ ਅਤੇ ਆਪਣੇ ਪਿਓ ਦੀ ਮੋਬਾਈਲ ਫੜ ਕੇ ਜਦੋਂ ਸਟੇਟਸ ਪਾਉਂਦਾ ਅਤੇ ਉਹ ਇਹੀ ਵਾਲੇ ਸਟੇਟਸ ਹੁੰਦੇ ਆ ਵੀ ਮੈਂ ਫਲਾਨਾ ਆ, ਮੈਂ ਫਲਾਨਾ ਆ, ਅਤੇ ਗੈਂਗਸਟਰਸ ਜਿਹੜੇ ਸਟੇਟਸ ਹੁੰਦੇ ਆ। ਅਤੇ ਮੈਂ ਬੜਾ ਹੈਰਾਨ ਆ ਵੀ ਕਿੱਥੋਂ ਇੰਨਾ ਵਾਇਲੇਸ਼ਨ ਕਿੱਥੋਂ ਆ ਗਿਆ, ਇਹ ਕਿੱਥੋਂ ਸ਼ੁਰੂ ਹੋ ਗਿਆ। ਹੁਣ ਇਹ ਮੇਰੇ ਘਰ ਦੀ ਗੱਲ ਆ, ਇੱਦੇ ਬੜੇ ਸਾਰੇ ਹੋਰ ਨੌਜਵਾਨ ਜਿਹੜੇ ਹੁਣੇ ਮੁਤਾਸਰ ਹੋਣੇ ਇਹਨਾਂ ਚੀਜ਼ਾਂ ਤੋਂ, ਉਹਨਾਂ ਨੂੰ ਕਿਸੇ ਹੋਰ ਚੀਜ਼ ਦਾ ਤਾਂ ਪਤਾ ਨਾ ਹੋਵੇ, ਸਿਰਫ ਅਤੇ ਸਿਰਫ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੁੰਦਾ ਵੀ ਲਾਰੈਂਸ ਬਿਸ਼ਨੋਈ ਕੌਣ ਆ, ਜੱਗੂ ਭਗਵਾਨਪੁਰੀਆ ਕੌਣ ਆ, ਬੰਬੀਹਾ ਗੈਂਗ ਕਿਹੜੀ ਆ, ਆਪਣੇ ਇੱਥੇ ਲਾਗੇ ਮੁੰਡਾ ਸੀਗਾ ਉਹਦੇ ਬਾਰੇ ਪਤਾ ਹੋਣਾ। ਮਤਲਬ ਇਹ ਕਹਿ ਲਓ ਕਿ ਹਰ ਗੈਂਗਸਟਰ ਦੇ ਉੱਤੋਂ ਰਹਿੰਦਾ ਖੁੰਦਾ ਆ ਗੈਂਗਸਟਰਾਂ ਨੂੰ ਪੈਟਰਨਾਈਜ਼ ਕਰ ਦਿੰਦੇ ਆ ਮੂਵੀਆਂ ਵਾਲੇ ਜਿਹੜੀਆਂ ਉਹਨਾਂ 'ਤੇ ਫਿਲਮ ਬਣਾ ਦਿੰਦੇ ਆ। ਤੁਸੀਂ ਫਿਲਮ ਦੇਖੀ ਹੋਣੀ ਡਾਕੂਆਂ ਦਾ ਮੁੰਡਾ, ਉਹ ਜਿਹੜੇ ਸੰਘਰਸ਼ 'ਚੋਂ ਬੰਦਾ ਨਿਕਲਿਆ ਆ, ਜਿਹੜੇ ਸੰਘਰਸ਼ 'ਚੋਂ ਮੁੰਡਾ ਨਿਕਲਿਆ ਨਾ, ਉਹ ਸੰਘਰਸ਼ ਨੂੰ ਉਸ ਤਰੀਕੇ ਦੇ ਨਾਲ ਨਹੀਂ ਦਿਖਾਇਆ। ਹਾਲਾਂਕਿ ਜੇ ਅਸੀਂ ਡਾਕੂਆਂ ਦੇ ਮੁੰਡੇ ਦੀ ਗੱਲ ਕਰੀਏ ਤਾਂ ਡਾਕੂਆਂ ਦਾ ਮੁੰਡਾ ਜਿਹਦੀ ਇਹ ਆਟੋਬਾਇਓਗ੍ਰਾਫੀ ਆ, ਜਿਹਦੀ ਇਹ ਹੱਡ ਬੀਤੀ ਆ ਨਾ, ਤੁਸੀਂ ਉਹਦੇ ਨਾਲ ਬਹਿ ਕੇ ਗੱਲਾਂ ਕਰੋ ਤਾਂ ਤੁਹਾਨੂੰ ਦੱਸੂਗਾ ਕਿ ਉਹ ਦਿਨ ਕਿੰਨੇ ਮਾੜੇ ਸੀਗੇ। ਘਰ ਦੇ ਭਾਂਡੇ ਤੱਕ ਵੇਚ ਜਾਂਦੇ ਸੀਗੇ। ਔਰ ਤੁਸੀਂ ਜਦੋਂ ਪਿਕਚਰ ਨੂੰ ਵੇਖਦੇ ਹੋ ਨਾ ਤੇ ਉਹ ਪਿਕਚਰ ਇੱਦਾਂ ਲੱਗਦਾ ਕਿ ਉਹਦੇ ਪਾਰਟ ਨੂੰ ਸੈਂਸੇਸ਼ਨਲਾਈਜ਼ ਕਰਕੇ ਉਹ ਪਿਕਚਰਾਈਜ਼ ਕਰਕੇ ਕਰ ਦਿੱਤਾ। ਗੱਲ ਇਹ ਹੈ ਨਾ, ਪਿਕਚਰ ਦੀ ਗੱਲ ਡਿਫਰੈਂਟ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਇੱਕ ਤਾਂ ਡਾਇਰੈਕਟਰ ਦਾ ਆਪਣਾ ਵਿਜ਼ਨ ਹੁੰਦਾ ਹੈ, ਰਾਈਟਰ ਦਾ ਆਪਣਾ ਵਿਜ਼ਨ ਹੁੰਦਾ, ਪੂਰੀ ਟੀਮ ਦਾ ਇੱਕ ਵਿਜ਼ਨ ਹੁੰਦਾ। ਨਹੀਂ ਦੇਖੋ, ਵਿਜ਼ਨ ਸਾਰਿਆਂ ਦਾ ਹੁੰਦਾ ਹੈ, ਕਮਰਸ਼ੀਅਲ ਐਸਪੈਕਟ ਇੱਥੇ ਦੇਖਿਆ ਗਿਆ। ਔਰ ਕਮਰਸ਼ੀਅਲ ਐਸਪੈਕਟ ਕੀ ਹੈ? ਜੋ ਦਰਸ਼ਕਾਂ ਦਾ ਵਿਜ਼ਨ ਹੈ। ਤੁਹਾਡੀ ਗੱਲ ਪਹਿਲੇ ਗੱਲ ਨਾਲ ਰਿਲੇਟ ਕਰਦੀ ਹੈ ਕਿ ਦਰਸ਼ਕਾਂ ਦਾ ਵਿਜ਼ਨ ਇੱਥੋਂ ਤੱਕ ਵਿਗੜ ਚੁੱਕਾ ਹੈ ਕਿ ਉਹਨੂੰ ਐਕੋਮੋਡੇਟ ਕਰਨ ਵਾਸਤੇ ਇਹਨੂੰ ਗਲੈਮਰਾਈਜ਼ ਕਰਨਾ ਪੈ ਰਿਹਾ ਡਾਇਰੈਕਟਰ ਨੂੰ ਤਾਂ ਕਿ ਮੇਰੀ ਫਿਲਮ ਚੱਲੇ। ਉਹੀ ਗੱਲ, ਜਿਹੜੇ ਦਰਸ਼ਕ ਨੇ ਉਹ ਇੰਨੇ ਮੁਤਾਸਰ ਨੇ ਗੈਂਗਸਟਰਸ ਤੋਂ, ਉਹਨਾਂ ਦੀਆਂ ਐਕਟੀਵਿਟੀਜ਼ ਤੋਂ ਕਿ ਦੇ ਵਾਂਟ ਟੂ ਬੀ ਅ ਵਨ, ਮਤਲਬ ਉਹਨਾਂ ਵਾਕਣ ਹੀ ਬਣਨਾ ਚਾਹੁੰਦੇ ਨੇ ਜਿਹਦਾ ਤੁਸੀਂ ਕਿਹਾ ਕਿ ਉਹ ਬੱਚਾ ਸਟੇਟਸ ਪਾਉਂਦਾ। ਸੋ ਸਾਡੀ ਇਹ ਪੀੜ੍ਹੀ ਕਿੱਧਰ ਜਾ ਰਹੀ ਹੈ, ਸਾਡੀ ਇਹ ਸੋਚ ਕਿੱਧਰ ਜਾ ਰਹੀ ਹੈ, ਇਹ ਦੇਖਣ ਦੀ ਗੱਲ ਹੈ। ਮੀਡੀਆ ਜਾਂ ਫਿਲਮਸ ਇੱਕ ਸਾਡੀ ਪ੍ਰੋਜੈਕਸ਼ਨ ਨੇ ਜੋ ਸਾਡੇ ਅੰਦਰੋਂ ਹੀ ਨਿਕਲਦੀ ਹੈ, ਪਰ ਅਸੀਂ ਅੰਦਰੋਂ ਇਸ ਚੀਜ਼ ਨੂੰ ਵਾਹ-ਵਾਹੀ ਦੇ ਰਹੇ ਹਾਂ। ਔਰ ਵਾਕਈ ਇੱਕ ਪੈਰਲਲ ਗਵਰਨਮੈਂਟ ਚੱਲ ਰਹੀ ਹੈ, ਪਰ ਕਿਤੇ ਨਾ ਇਹਦਾ ਸੰਬੰਧ ਖੈਰਾ ਸਾਹਿਬ ਜੋ ਡੀਪ ਸਟੇਟ ਵਰਕ ਕਰਦੀ ਹੈ ਨਾ, ਉਹਦੇ ਨਾਲ ਡਾਇਰੈਕਟ ਰਿਲੇਸ਼ਨ ਹੁੰਦਾ ਇਹਨਾਂ ਦਾ। ਮੈਂ ਇੱਕ ਗੱਲ ਕਹਿਣਾ ਵੀ ਅੱਜ ਕੱਲ੍ਹ ਤਾਂ ਅਸੀਂ ਬੜੀ ਟੈਕਨੋਲੋਜੀਕਲੀ ਬੜੇ ਐਡਵਾਂਸ ਹੋ ਗਏ ਹਾਂ। ਜੇ ਕੰਪਿਊਟਰ ਚਲਾਉਂਦੇ ਆ ਜਾਂ ਫੋਨ ਚਲਾਉਂਦੇ ਆ, ਹਰ ਕਿਸੇ ਦਾ IP ਐਡਰੈਸ ਆ, ਪਤਾ ਲੱਗ ਜਾਂਦਾ ਜੀ ਕਿਹੜੇ ਸਰਵਰ ਤੋਂ ਕਿੱਥੇ ਕਦੋਂ ਕਿੰਨੇ ਵਜੇ ਕਾਲ ਹੋਈ ਆ, ਕਿਹੜੇ ਸਰਵਰ ਤੋਂ ਕਦੋਂ ਤੇ ਕਿੱਥੇ ਤੇ ਕਿਹਨੇ ਪੋਸਟ ਪਾਈ ਆ ਤੇ ਕਿੰਨੇ ਵਜੇ ਪੋਸਟ ਪਾਈ ਆ, ਕਿਹੜੇ ਰੀਜਨ ਤੋਂ ਪੋਸਟ ਪਈ ਆ, ਕਿਹੜੇ ਡਿਵਾਈਸ ਤੋਂ ਪੋਸਟ ਪਈ ਆ, ਸਭ ਪਤਾ ਲੱਗਦਾ। ਹੁਣ ਇਹ ਪੰਜਾਬ ਦੇ ਵਿੱਚ ਇੱਕਦਮ ਤਾਂ ਨਹੀਂ ਐਕਟਿਵ ਹੋਣ ਲੱਗ ਪਏ। ਕਤਲ ਕਰਦੇ ਸੀਗੇ ਫੇਸਬੁੱਕ 'ਤੇ, ਉਹਦਾ ਜਿਹੜਾ ਕਤਲ ਕਰਕੇ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਫੇਸਬੁੱਕ 'ਤੇ ਲੈ ਲੈਂਦੇ ਸੀਗੇ। ਕੀ ਸਾਡੇ ਸਰਕਾਰਾਂ ਇਹਨਾਂ ਨੂੰ ਫੜ ਨਹੀਂ ਸਕਦੀਆਂ? ਹੁਣ ਪਿੱਛੇ ਜੇ ਜਦੋਂ ਕਤਲ ਹੁੰਦਾ ਆ ਸੰਦੀਪ ਬਿਸ਼ਨੋਈ ਦਾ, ਅਤੇ ਉਹ ਤੋਂ ਬਾਅਦ ਵੀ ਬੰਬੀਹਾ ਗਰੁੱਪ ਕਹਿੰਦਾ ਜੀ ਅਸੀਂ ਕੀਤਾ ਆ, ਅਸੀਂ ਪਾਈ ਆ। ਫਿਰ ਬਿਸ਼ਨੋਈ ਗਰੁੱਪ ਦੀ ਵੀ ਹੁੰਦਾ ਵੀ ਆ ਕੇ ਇਹਦੀ ਲਾਸ਼ਾਂ ਦੇ ਉੱਤੇ ਐ ਘੱਗੇ ਨਾ ਮਾਰੋ, ਫੱਗੇ ਨਾ ਕਰੋ, ਇੱਦਾਂ ਦੀਆਂ ਗੱਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਹੁਣ ਸਾਡੇ ਕੋਲੇ ਇੱਕ ਸੈੱਟ ਪੈਟਰਨ ਹੈ, ਟੈਕਨੋਲੋਜੀਕਲੀ ਪੈਟਰਨ ਹੈਗਾ ਸਾਡੇ ਕੋਲੇ। ਸਾਡੀਆਂ ਗਵਰਨਮੈਂਟਸ ਫੇਲ ਨੇ ਅਤੇ ਉਹ ਟਰੇਸ ਨਹੀਂ ਕਰ ਸਕੇ ਇਹਨਾਂ ਨੂੰ ਵੀ ਪੋਸਟਾਂ ਕਿੱਥੋਂ ਪੈ ਰਹੀਆਂ, ਨਹੀਂ ਤਾਂ ਇਹਨਾਂ ਨੂੰ ਲਗਾਮ ਪਾਉਣੀ ਕਿਹੜਾ ਔਖੀ ਆ। ਅਕਾਊਂਟ ਕਿੱਥੋਂ ਬਣਿਆ, ਨਾਂ 'ਤੇ ਰਜਿਸਟਰਡ ਆ,
ਉਹਦੇ 'ਚ ਇੱਕ ਆਪਸ਼ਨ ਵੀ ਹੁੰਦਾ ਕਿ ਤੁਸੀਂ ਆਪਣਾ ਮੋਬਾਈਲ ਨੰਬਰ ਦਿਓ, ਕਿਉਂਕਿ ਇੰਨਾ ਕੁਝ ਤੁਸੀਂ ਲੱਭ ਲੈਂਦੇ ਹੋ। ਇੰਟਰਪੋਲ ਹੈ, ਇੰਟਰਨੈਸ਼ਨਲ ਪੁਲਿਸ ਹੈ, ਐਡਾ ਵੱਡਾ ਤੁਸੀਂ ਨੈਟਵਰਕ ਚਲਾ ਰਹੇ ਹੋ, ਪੂਰੇ ਦੇਸ਼ ਦੀ ਤੁਸੀਂ ਖੁਫੀਆ ਏਜੰਸੀ ਹੋ, ਤੇ ਤੁਸੀਂ ਇਹਨਾਂ ਨੂੰ ਹੈਂਡਲ ਨਹੀਂ ਕਰ ਸਕਦੇ। ਮਤਲਬ ਇਹ ਬੜੀ ਸ਼ਰਮਨਾਕ ਘਟਨਾ ਹੈ ਕਿ ਜਿਹੜਾ ਉਹਨਾਂ ਨੇ ਫੇਸਬੁੱਕ ਦੀ ਆਈਡੀ ਦੇ ਉੱਤੇ WhatsApp ਨੰਬਰ ਜਾਰੀ ਕੀਤਾ ਕਿ ਤੁਸੀਂ ਸਾਡੇ ਗਰੁੱਪ ਨਾਲ ਜੇ ਸ਼ਾਮਿਲ ਹੋਣਾ ਚਾਹੁੰਦੇ ਹੋ, ਇਸ ਨੰਬਰ ਦੇ ਉੱਤੇ ਸਾਨੂੰ ਆਪਣੀ ਡਿਟੇਲਸ ਭੇਜੋ। ਮੈਂ ਬਿਲਕੁਲ ਬੜਾ ਹੈਰਾਨ ਹੈ ਕਿ ਇਹ ਬੜੇ ਖੁੱਲੇ ਤੌਰ ਦੇ ਉੱਤੇ ਹੋਣ ਡਿਆ। ਇੱਦਾਂ ਲੱਗਦਾ ਕਿ ਪਹਿਲਾਂ ਤੇ ਸਾਨੂੰ ਰਹਿੰਦਾ ਖੁੰਦਾ ਵੰਡ ਨੇ ਮਾਰਿਆ, ਫਿਰ ਸਾਡੇ ਨਿਆਣਿਆਂ ਨੂੰ 84 ਨੇ ਪਟ ਲਿਆ, ਤੇ ਫਿਰ ਉਸ ਤੋਂ ਬਾਅਦ ਨਸ਼ਿਆਂ ਦੀ ਘਾਣ ਹੋ ਗਈ, ਤੇ ਹੁਣ ਆ ਕੁਛ ਆ। ਦੇਖੋ ਨਾ, ਗੀਤ ਵੀ ਇਦਾਂ ਦੇ ਬਣੇ ਨੇ, ਗੀਤਾਂ ਦੇ ਵਿੱਚ ਅਸੀਂ ਅਕਸਰ ਗੱਲ ਕੀਤੀ ਹੈ, ਹਮੇਸ਼ਾ ਬੰਦੂਕਾਂ, ਰਿਵਾਲਵਰ, ਗੋਲੀਆਂ ਚੱਲਣੀਆਂ, ਔਰ ਕਿਸੇ ਦੇ ਉੱਤੇ ਕੇਸ ਚੱਲਦੇ ਪਏ ਨੇ ਤਾਂ ਬਹੁਤ ਵੱਡੀ ਗੱਲ ਹੈ ਜੀ, ਉਹਦੇ ਉੱਤੇ ਕੇਸ ਚੱਲਦੇ ਪਏ। ਮੈਂ ਗਾਣਾ ਸੁਣਦਾ ਸੀਗਾ, ਮੈਨੂੰ ਯਾਦ ਆ ਗਿਆ, ਚਲੋ ਆਪਾਂ ਹੁਣ ਗੱਲ ਕਰ ਹੀ ਰਹੇ ਆ, ਤੇ ਟਰੈਵਲ ਕਰ ਰਿਹਾ ਸੀ ਮੈਂ, ਤੇ ਕਿਤੇ ਗਾਣਾ ਰੇਡੀਓ ਤੇ ਆ ਗਿਆ, ਬੰਦਾ ਬੁੰਦਾ ਮਾਰਨਾ ਤੇ ਦੱਸ ਨਹੀਂ, ਬੰਦਾ ਬੁੰਦਾ ਮਾਰਨਾ ਤੇ ਦੱਸ ਨਹੀਂ। ਆ ਪਤਾ ਨਹੀਂ ਆ ਗਾਣੇ ਅਸੀਂ ਸੁਣਦੇ ਆ, ਮਤਲਬ ਅਸੀਂ ਬੜੇ ਪੈਟਰਨਾਈਜ਼ ਤਰੀਕੇ ਦੇ ਨਾਲ ਕਰ ਰਹੇ ਹਾਂ। ਸਾਨੂੰ ਲੱਗਦਾ ਕਿ ਬੰਦਾ ਮਾਰਨਾ ਤੇ ਕੋਈ ਖੇਲ ਹੀ ਆ, ਹਨਾ, ਮਤਲਬ ਜਿਵੇਂ ਕਿਸੇ ਨੂੰ ਕਹਿਣਾ ਹੋਵੇ ਕਿ ਕੋਈ ਸਬਜ਼ੀ ਲਿਆਣੀ ਹੋਵੇ, ਮਾਰਕੀਟ ਚੱਲੇ ਤਾਂ ਦੱਸ। ਇਹ ਐਕਚੁਅਲ 'ਚ ਹੁੰਦਾ ਆ, ਜਿਹਦੇ ਕੋਲੇ ਪਾਵਰ ਆ ਨਾ, ਉਹਨੂੰ ਲੱਗਦਾ ਉਹ ਪਾਵਰ ਦੇ ਨਸ਼ੇ ਦੇ ਵਿੱਚ ਇੰਨਾ ਅੰਨਾ ਆ ਨਾ ਕਿ ਉਹਨੂੰ ਲੱਗਦਾ ਕਿ ਮੈਂ ਕੁਝ ਵੀ ਕਰ ਲਊਂਗਾ। ਮੈਂ ਕਹਿਣਾ, ਮੈਂ ਲੋਕਾਂ ਤੋਂ ਇਦਾਂ ਵੀ ਸੁਣਿਆ, ਕਿਉਂਕਿ ਬੀਇੰਗ ਅ ਜਰਨਲਿਸਟ ਨਾ, ਮੈਨੂੰ ਬੜੇ ਵਾਹ ਪੈਂਦੇ ਇਦਾਂ ਦੇ ਲੋਕਾਂ ਨਾਲ। ਉਹ ਕਹਿੰਦੇ, ਮੈਂ ਤਾਂ ਆਪਣੇ ਬੰਦੇ ਨੂੰ ਕਹਿਣਾ ਹੁੰਦਾ ਵੀ ਬੰਦਾ ਵੀ ਮਾਰ ਕੇ ਮੈਨੂੰ ਫੋਨ ਕਰ ਦੇਂ। ਬਹੁਤ ਸੋਹਣੀ ਗੱਲ ਹੈ ਨਾ, ਮਤਲਬ ਅਸੀਂ ਪਾਵਰ ਦੇ ਨਸ਼ੇ ਦੇ ਵਿੱਚ ਇੱਥੋਂ ਤੱਕ ਆ ਗਏ ਹਾਂ। ਬਿਲਕੁਲ ਸਹੀ ਗੱਲ ਹੈ, ਬੰਦਾ ਵੀ ਮਾਰ ਕੇ ਮੈਨੂੰ ਫੋਨ ਕਰ ਦੀ। ਇਹ ਅਸੀਂ ਕਹਿ ਰਹੇ ਹਾਂ ਇੱਕੋ ਹੀ ਦੇਸ਼ ਦੇ ਨਾਗਰਿਕ ਹੋ, ਤੁਸੀਂ ਫਿਰ ਕਹੋਗੇ ਆਈਡੀਅਲਿਜ਼ਮ ਵੱਲ ਜਾ ਰਹੇ। ਮਤਲਬ ਆਈਡੀਅਲਿਜ਼ਮ ਨਹੀਂ ਹੈ, ਇੱਕ ਸਿੰਪਲ ਗੱਲ ਹੈ। ਹੁਣ ਆਪਾਂ ਦੋਵੇਂ ਇਕੱਠੇ ਬੈਠੇ ਆ, ਕੰਮ ਕਰਦੇ ਪਏ ਆ, ਠੀਕ ਹੈ, ਇਦਾਂ ਹੀ ਸਾਰੇ ਜਣੇ ਇਕੱਠੇ ਬੈਠੇ, ਆਪਸ 'ਚ ਕਦੀ ਇਹ ਗੱਲ ਕਹਿ ਸਕਦੇ ਕਿ ਇੱਕ ਦੂਜੇ ਨੂੰ ਅਸੀਂ ਮਾਰ ਦਈਏ? ਗੱਲ ਉਹ ਹੈ ਨਾ ਕਿ ਅਸੀਂ ਆਪਦੇ ਤੋਂ ਥੱਲੇ ਵਾਲੇ ਦੇ ਨਾਲ ਪੰਗੇ ਲੈਣ ਨੂੰ ਬਹੁਤ ਸ਼ੈਤਾਨ ਆ, ਬਹੁਤ ਸ਼ੇਰ ਹੁੰਦੇ ਅਸੀਂ। ਇੱਕ ਦੇਖੋ ਨਾ ਗੱਲ, ਕਹਿੰਦਾ ਜੀ ਮੈਂ ਤੇ ਵੈਸੇ ਸ਼ਾਂਤ ਰਹਿਣਾ, ਪਰ ਕਦੀ ਕਦੀ ਮੇਰੇ ਅੰਦਰ ਦਾ ਰਾਖਸ਼ਸ ਜਾਗ ਪੈਂਦਾ, ਮੈਨੂੰ ਗੁੱਸਾ ਆ ਜਾਂਦਾ। ਕਹਿੰਦਾ ਫਿਰ ਇਹਦਾ ਮਤਲਬ ਅੰਦਰ ਰਾਖਸ਼ਸ ਬੈਠਾ ਹੋਇਆ ਨਾ, ਤਾਂ ਹੀ ਜਾਗਦਾ, ਨਹੀਂ ਤਾਂ ਕਿਉਂ ਜਾਗੇ? ਤੇ ਰਾਖਸ਼ਸ ਉੱਥੇ ਕਿਉਂ ਜਾਗਦਾ ਜਿੱਥੇ ਤੇਰੇ ਕੋਲੋਂ ਕੋਈ ਕਮਜ਼ੋਰ ਬੰਦਾ ਹੁੰਦਾ। ਮੈਂ ਵੀ ਇਹੀ ਗੱਲ ਕਹਿਣਾ, ਆਪਣੇ ਬੌਸ ਦੇ ਅੱਗੇ ਕਿਉਂ ਨਹੀਂ ਤੇਰਾ ਰਾਖਸ਼ਸ ਜਾਗਦਾ? ਬੌਸ ਦੇ ਅੱਗੇ ਤੁਸੀਂ ਉਹੀ ਬੰਦਾ ਹੁੰਦਾ, ਤੁਹਾਨੂੰ ਲੱਗਦਾ ਕਿ ਕਿਸੇ ਅੱਗੇ ਮਿਹਨਤਾਂ ਪਾਉਂਦਾ ਹੁੰਦਾ, ਤੇ ਉਹੀ ਬੰਦਾ ਜਦੋਂ ਕਿਤੇ ਨਿਕਲਦਾ ਤੇ ਉਹ ਸ਼ੇਰ ਬਣਿਆ ਹੁੰਦਾ। ਵੀ ਹਾਲਾਤਾਂ ਦੇ ਹਿਸਾਬ ਦੇ ਨਾਲ ਤੁਹਾਡਾ ਰਾਖਸ਼ਸ ਜਿਹੜਾ ਮੋਲਡ ਹੋ ਜਾਂਦਾ ਨਾ। ਬਿਲਕੁਲ ਸਹੀ ਗੱਲ ਹੈ। ਜਿੱਥੇ ਤੁਸੀਂ ਦੇਖਦੇ ਹੋ ਨਾ ਕਿ ਅੱਗੋਂ ਕੋਈ ਕੁਝ ਕਹਿ ਨਹੀਂ ਸਕਦਾ, ਅੱਗੋਂ ਕੋਈ ਕਮਜ਼ੋਰ ਹੈ, ਉੱਥੇ ਤੁਹਾਡਾ ਰਾਖਸ਼ਸ ਜਾਗ ਪੈਂਦਾ। ਜਿੱਥੇ ਪਤਾ ਕਿ ਅੱਗੇ ਪਿਓ ਬੈਠਾ ਹੈ, ਖਾ ਜਾਊਗਾ, ਉੱਥੇ ਤੁਹਾਡਾ ਰਾਖਸ਼ਸ ਪਤਾ ਨਹੀਂ ਕਿੱਥੇ ਉੱਥੇ। ਜੀ ਉਹ ਕਹਿੰਦੇ ਨਾ ਵੀ ਡਾਢਿਆਂ ਨੂੰ ਡਾਢੇ ਤੇ ਸ਼ੇਰ ਨੂੰ ਸਵਾ ਸ਼ੇਰ ਟੱਕਰਦਾ ਜਦੋਂ, ਉਦੋਂ ਰਾਖਸ਼ਸ ਭੱਜ ਜਾਂਦਾ। ਵਾਕਈ, ਤੇ ਉਹ ਗੱਲ ਇਹ ਹੈ ਨਾ ਕਿ ਡਾਢੇ ਨਾਲ ਡਾਢਾ ਪੰਗਾ ਨਹੀਂ ਲੈਂਦਾ। ਜੀ ਹਾਂਜੀ, ਜੀ ਹਜ਼ੂਰੀ ਵਾਲਾ, ਜੀ ਹਾਂਜੀ, ਜੀ ਅੱਗੇ ਵੀ ਜੀ, ਪਿੱਛੇ ਵੀ ਜੀ, ਫਿਰ ਜੀ ਦੀ ਮੂੰਹ ਲੱਥਦਾ। ਅੱਛਾ, ਅੱਗੇ ਵਧਦੇ ਹਾਂ, ਅੱਗੇ ਵਧੀਆ। ਵੈਸੇ ਇੱਕ ਚੀਜ਼ ਹੈ ਖੈਰਾ ਸਾਹਿਬ, ਇਸ ਦੀ ISI ਜਿਹੜੀ ਪਾਕਿਸਤਾਨ ਦੀ ਖੁਫੀਆ ਏਜੰਸੀ, ਉਹ ਇਹਨਾਂ ਗੈਂਗਸਟਰਸ ਦੇ ਨਾਲ ਮਿਲ ਕੇ ਟਾਰਗੇਟ ਕਿਲਿੰਗ ਦਾ ਵੀ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ। ਇਹ ਵੀ ਕਿਤੇ ਨਾ ਕਿਤੇ ਖਬਰ ਆਉਂਦੀ ਹੈ। ਵਾਕਈ ਬੜਾ ਵੱਡਾ ਨਾਮ ਹੈ ਹਰਵਿੰਦਰ ਰਿੰਦਾ ਜੀ। ਉਹ ਸ਼ਰੇਆਮ ਕਹਿੰਦਾ ਵੀ ਮੈਂ ਪੰਜਾਬ ਦੇ ਮੁੰਡਿਆਂ ਨੂੰ, ਬੜੇ ਸਾਰੇ ਮੁੰਡਿਆਂ ਨੂੰ ਜਿਹੜੇ ਆ ਬੜੇ ਹਾਈਟੈਕ ਹਥਿਆਰ ਜਿਹੜੇ ਆ ਪੰਜਾਬ ਦੇ ਮੁੰਡਿਆਂ ਨੂੰ ਦਿੱਤੇ ਆ। ਫਿਰ ਤੁਸੀਂ ਹਿਸਾਬ ਲਾ ਸਕਦੇ ਹੋ ਨਾ। ਇੱਕ ਹੋਰ ਨਾਮ ਹੈ, ਮੈਨੂੰ ਨਾਮ ਨਹੀਂ ਯਾਦ ਆਉਣ ਡਿਆ, ਪਰ ਹਰਵਿੰਦਰ ਰਿੰਦਾ ਵਰਗੇ ਉੱਥੇ ਬਹੁਤ ਬੈਠੇ ਨੇ। ਦੇਖੋ, ਪਰ ਇਹ ਉੱਥੋਂ ਸਿਸਟਮ ਚਲਾਉਂਦੇ ਨੇ ਜਿੱਥੇ ਅਸੀਂ ਸੇਫ ਜਗ੍ਹਾ ਦੇ ਉੱਤੇ ਹਾਂ। ਹਰਵਿੰਦਰ ਰਿੰਦਾ ਸੇਫ ਜਗ੍ਹਾ ਤੇ ਬੈਠਾ, ਗੋਲਡੀ ਬਰਾੜ ਸੇਫ ਜਗ੍ਹਾ ਤੇ ਬੈਠਾ, ਮੈਂ ਇਹਦੇ ਨਾਲ ਹੀ ਗੁਰਬੰਦ ਪਤਵੰਨੂ ਨੂੰ ਛੇੜੂੰਗਾ, ਉਹ ਵੀ ਸੇਫ ਜਗ੍ਹਾ ਤੇ ਬੈਠਾ। ਇੱਥੇ ਮੁੰਡੇ ਸਾਡੇ ਮਰਵਾ ਦਿੰਦੇ ਨੇ, ਮਾਵਾਂ ਦੀਆਂ ਕੁੱਖਾਂ ਉਹ ਖਾ ਜਾਂਦੇ ਨੇ ਇੱਥੇ ਬਹਿ ਕੇ। ਸਹੀ ਗੱਲ ਹੈ। ਔਰ ਜੇ ਇਹਨਾਂ ਦਾ ਲਿੰਕ ਕਿਤੇ ਜਿਹੜੇ ਟੈਰਰਿਸਟ ਵਾਲੇ ਗਰੁੱਪ ਬੈਠੇ ਨੇ ਉਹਨਾਂ ਨਾਲ ਹੋ ਜਾਂਦਾ, ਇਹਨਾਂ ਗੈਂਗਸਟਰਸ ਦਾ ਗਰੁੱਪ ਨਹੀਂ। ਅੱਜ ਕੱਲ ਜੋ ਜਿੱਦਾਂ ਦਾ ਸਿਨੈਰੀਓ ਚੱਲਦਾ ਨਾ, ਉਹ ਕਹਿੰਦੇ ਆ ਕਿ ਇਹਨਾਂ ਦੇ ਲਿੰਕ ਜਿਹੜੇ ਨਾ ਉਹ ISI ਦੇ ਨਾਲ ਆ। ਤੁਸੀਂ ਹਿਸਾਬ ਲਾ ਸਕਦੇ ਫਿਰ ਕਿੰਨਾ ਡੂੰਘਾ ਚਲੇ ਗਿਆ। ਯਾਦ ਹੋਵੇਗਾ ਥੋੜ੍ਹੇ ਦਿਨ ਪਹਿਲਾਂ ਆਪਾਂ ਗੱਲ ਵੀ ਕਰਦੇ ਸੀਗੇ ਵੀ ਇੱਥੇ ਛਾਪੇ ਪਏ ਆ, ਫਿਰ ਲਾਗੇ ਸਟੇਟ ਤੇ ਵੀ ਛਾਪੇ ਪੈਣੇ ਸ਼ੁਰੂ ਹੋ ਗਏ। ਬਿਲਕੁਲ ਸਹੀ। ਇਹ ਹਥਿਆਰ ਜਿਹੜੇ ਨਿਕਲਦੇ ਨੇ, ਇਹ ਹਥਿਆਰ ਪਾਕਿਸਤਾਨ ਦੇ ਵੱਲੋਂ ਹੀ ਆਏ ਨੇ ਔਰ ISI ਵੱਲੋਂ ਮਿਲਦੇ ਨੇ। ਬਹੁਤ ਡੇਂਜਰਸ ਸਿਨੈਰੀਓ, ਔਰ ਗਵਰਨਮੈਂਟ ਨੂੰ ਹੁਣ ਤੋਂ ਹੀ, ਔਰ ਇਹ ਅੱਜ ਦਾ ਨਹੀਂ ਹੈਗਾ ਸੰਜੀਵ ਜੀ। ਇਹ ਐਡਾ ਆਪਾਂ ਜੇ ਕਹੀਏ ਨਾ ਬਹੁਤ ਡੇਂਜਰਸ ਕੁਝ ਨਹੀਂ ਹੈਗਾ ਹੈ। ਇਹ ਡੇਂਜਰਸ ਬਣਾਇਆ ਜਾਂਦਾ ਹੈ। ਨਹੀਂ ਤੇ ਦੂਸਰੇ ਮੁਲਕ ਤੋਂ ਸਾਡੇ ਮੁਲਕ ਦੇ ਨਿਆਣਿਆਂ ਦੇ ਨਾਲ ਕੌਣ ਟਾਰਗੇਟ ਕਰ ਲਓ। ਹਾਲਾਂਕਿ ਜੇ ਤੁਸੀਂ ਪਾਕਿਸਤਾਨ ਕਿਸੇ ਨਾਲ ਆਪਣੇ ਰਿਸ਼ਤੇਦਾਰ ਨਾਲ ਵੀ ਗੱਲ ਕਰਦੇ ਆ ਨਾ, ਮੈਨੂੰ ਪਤਾ ਕਿ ਇੱਥੇ ਹੁਸ਼ਿਆਰਪੁਰ ਡਾਕਟਰ ਸਾਹਿਬ ਨੇ ਹੁਣੇ ਉਹਨਾਂ ਦੀ ਫੌਤ ਹੋਏ ਨੇ। ਉਹਨਾਂ ਦੀ ਵਾਈਫ ਜਿਹੜੀ ਸੀਗੀ ਉਹ ਜਰਨਲਿਸਟ ਸੀਗੀ, ਸ਼ੀ ਇਜ਼ ਵਰਕਿੰਗ ਵਿਦ, ਮਤਲਬ ਇੱਕ ਵੱਡੇ ਅਖਬਾਰ ਦੇ ਨਾਲ ਕੰਮ ਕਰਦੇ ਸੀ, ਪੰਜਾਬੀ ਅਖਬਾਰ ਦੇ ਨਾਲ ਉਹ। ਅਤੇ ਉਹਨਾਂ ਦੀ ਰਿਸ਼ਤੇਦਾਰੀ ਉੱਥੇ ਸੀ, ਉਹਨਾਂ ਦੀਆਂ ਭੂਆ ਜਿਹੜੀਆਂ ਸੀਗੀਆਂ 2 ਉੱਥੇ, ਅਤੇ ਉਹਨਾਂ ਦੀ ਬਹੁਤ ਮਿਲਣੀ ਸਰਨੀ ਸੀਗੀ ਉਹਨਾਂ ਦੇ ਨਾਲ।
ਉਹ ਕਹਿੰਦੇ ਵੀ ਸਾਡੇ ਫੋਨ ਟੈਪ ਹੁੰਦੇ ਆ, ਮਤਲਬ ਸਾਨੂੰ ਪਤਾ ਸਾਡੇ ਫੋਨ ਟੈਪ ਹੁੰਦੇ ਆ। ਜਿੱਦਣ ਅਸੀਂ ਵੀਜ਼ਾ ਲੈਣਾ ਹੁੰਦਾ ਸਾਨੂੰ ਸਾਰੀਆਂ ਚੀਜ਼ਾਂ ਸਾਡੇ ਘਰ ਦੀਆਂ ਫੋਲੀਆਂ ਜਾਂਦੀਆਂ, ਸਭ ਕੁਝ ਫੋਲਿਆ ਜਾਂਦਾ, ਸਾਡਾ ਬੈਕਗ੍ਰਾਉਂਡ ਖੰਗਾਲਿਆ ਜਾਂਦਾ, ਫਿਰ ਉਸ ਤੋਂ ਬਾਅਦ ਸਾਨੂੰ ਵੀਜ਼ਾ ਦਿੰਦੇ। ਕਹਿੰਦੇ ਪਰ ਹੁਣ ਅਸੀਂ ਪ੍ਰੋਸੈਸ ਚੋਂ ਲੰਘਦੇ ਰਹਿੰਦੇ, ਇਸ ਕਰਕੇ ਅਸੀਂ ਡਰਦੇ ਨਹੀਂ ਹੈਗੇ। ਜੇ ਇੰਨੀ ਸਰਵੇਲੀਅੰਸ ਹੈਗੀ ਆ ਤੇ ਫਿਰ ਇਹ ਮੁੰਡੇ ਜਿਹੜੇ ਸਾਡੇ ਆ, ਈਵਨ ਦੋ ਕਹਿੰਦੇ ਵੀ ਜਿਹੜੀ ਇੰਟਰਨੈਟ ਕਾਲ ਆ, ਜਿਹੜੀ ਇੰਟਰਨੈਟ ਡਿਵਰਜਨਸ ਵੀ ਆ, ਉਹ ਵੀ ਕਿਤੇ ਨਾ ਕਿਤੇ ਕਹਿੰਦੇ ਤੇ ਟਰੇਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਸਾਡੀਆਂ। ਕਿਉਂ ਨਹੀਂ ਹੋ ਸਕਦੀਆਂ? ਕਿਉਂਕਿ ਟੈਕਨੋਲੋਜੀ ਹੈ, ਜਿੱਥੋਂ ਬਚਣ ਦੇ ਰਾਹ ਨੇ ਉੱਥੇ ਫਸਾਉਣ ਦੇ ਰਾਹ ਨੇ। ਹੱਥਾਂ ਦੀ ਪਰ ਗੱਲ ਉਹ ਨਾ ਵੀ ਤੁਸੀਂ ਦੇਖੋ ਚੋਰ ਤੇ ਕੁੱਤੀ ਰਲੇ ਹੋਏ ਆ, ਕੁਛ ਨਾ ਕੁਛ ਤੇ ਹੈ ਗੜਬੜ, ਕੁਛ ਤੇ ਗੜਬੜ ਆ ਨਾ। ਇਹ ਕਈ ਲੋਕ ਤੇ ਡਰੱਗਸ ਦੇ ਨਾਲ, ਜਿਹੜੇ ਕਈ ਐਕਸਪਰਟ ਕਹਿੰਦੇ ਨੇ ਡਰੱਗਸ ਦੇ ਵਿੱਚ ਏਜੰਸੀਆਂ ਵੀ ਇਨਵੋਲਵਡ ਨੇ, ਬਿਕੋਜ਼ ਡਰੱਗਸ ਉਹ ਮਤਲਬ ਦਿੰਦੇ ਨੇ ਇੱਥੇ ਨੌਜਵਾਨਾਂ ਨੂੰ, ਔਰ ਵੋਲੰਟੈਰੀਲੀ ਦਿੰਦੇ ਨੇ, ਜਾਣਬੁੱਝ ਕੇ ਦਿੰਦੇ ਨੇ ਤਾਂ ਕਿ ਅੱਗੋਂ ਸਵਾਲ ਨਾ ਪੁੱਛਣ, ਡਰੱਗਸ ਖਾ ਕੇ ਸੁੱਤੇ ਰਹਿਣ। ਸਰਕਾਰਾਂ ਜੋ ਕਰਦੀਆਂ ਨੇ ਕਰਦੀਆਂ ਨੇ। ਮੈਂ ਉਹੀ ਸੋਚਦਾ ਹੁੰਦਾ ਵੀ ਅਸੀਂ ਹੈਰਾਨ ਆ ਕਿ ਇਹ ਵੀ ਸੋਚ ਹੋ ਸਕਦੀ ਹੈ। ਉਹੀ ਮੁੰਡਾ ਹੁੰਦਾ ਜਿਹਨੇ ਆਪਣੀ ਗੱਡੀ ਦੇ ਪਿੱਛੇ, ਕਿਉਂਕਿ ਹੁਣ ਅਮੀਰਾਂ ਦੇ ਜਵਾਕ ਜਿਹੜੇ ਸ਼ੁਰੂ ਤੋਂ ਕਰਦੇ ਨੇ ਨਾ ਇਹ, ਕਿਉਂਕਿ ਮੋਰਫਿਨ ਵਗੈਰਾ ਜਿਹੜਾ ਆ, ਜਾਂ ਫਿਰ ਇਹ ਕਹਿ ਲਈਏ ਕਿ ਜਿਹਨੂੰ ਅਸੀਂ ਕਹਿੰਦੇ ਆ ਚਿੱਟਾ ਜਿਹੜਾ ਆ, ਉਹ ਆਮ ਲੋਕ ਬੰਦਾ ਅਫੋਰਡ ਨਹੀਂ ਕਰਦਾ। ਤਾਂ ਸੋ ਪਹਿਲਾਂ ਉਹਨਾਂ ਨੂੰ ਟਾਰਗੇਟ ਕਰ ਲੈਂਦੇ ਜਿਹੜੇ ਥੋੜੇ ਸਰਦੇ ਘਰਾਂ ਦੇ ਹੁੰਦੇ ਆ। ਤੇ ਬੜੀ ਆ ਰਹੀ ਮਤਲਬ ਇਹ ਅੱਜ ਕੱਲ੍ਹ ਇੰਟਰਨੈਟ ਦਾ ਵੀਡੀਓ ਬੜੀਆਂ ਵਾਇਰਲ ਹੋ ਜਾਂਦੀਆਂ, ਮੁੰਡਾ ਚਿੱਟੇ ਦੇ ਨਾਲ ਗੱਡੀ ਦੇ ਵਿੱਚ ਐਨ ਸੁੱਤਾ ਹੋਇਆ, ਸੈੱਟ ਹੋ ਕੇ ਬੈਠਾ, ਤੇ ਗੱਡੀ ਦੇ ਪਿੱਛੇ ਲੋਗੋ ਬਣਾ ਕੇ ਭਗਤ ਸਿੰਘ ਦਾ ਲਿਖਿਆ, ਭਗਤ ਸਿੰਘ ਨੂੰ ਮੁੜ ਆਉਣਾ ਪੈਣਾ ਲਿਖਿਆ ਲੋਗੋ 'ਚ। ਤੇ ਤੁਸੀਂ ਹਿਸਾਬ ਲਾ ਲਓ ਕਿ ਇਹ ਜਵਾਕ ਉਹੀ ਆ, ਇਹ ਜਾਇਆ ਮਹਾਰਾਜਾ ਰਣਜੀਤ ਸਿੰਘ ਦੀ ਕੌਮ ਦਾ ਹੀ ਆ, ਪਰ ਸਾਡੇ ਆਪਣਿਆਂ ਨੇ ਘੋਲ ਦਿੱਤਾ ਨਾ। ਕਹਿੰਦੇ ਨੇ ਵੀ ਪੰਜਾਂ ਪਾਣੀਆਂ 'ਚ ਘੋਲੀ ਜ਼ਹਿਰ ਕੇ ਨੇ, ਇਹ ਆਪਣਾ ਹੀ ਸੀ ਜਿਹੜਾ ਘੋਲ ਚੁੱਕਾ। ਮਤਲਬ ਕੋਈ ਹੋਰ ਬਗਾਨਾ ਤਾਂ ਆਉਂਦਾ ਹੀ ਨਹੀਂ ਹੈਗਾ, ਕਿਹਨੂੰ ਪਤਾ ਵੀ ਕਿੱਥੇ ਕੀ ਆ ਨਾ। ਜਿਹਨੂੰ ਸਾਡਿਆਂ ਨੂੰ ਪਤਾ ਆ ਉਹ ਹੀ ਘੋਲਦੇ ਨੇ। ਲੰਕਾ ਹਮੇਸ਼ਾ ਘਰ ਦਾ ਭੇਤੀ ਢਾਉਂਦਾ ਹੈ, ਬਾਹਰੋਂ ਕੋਈ ਨਹੀਂ ਆ ਕੇ ਢਾਉਂਦਾ। ਸੋ ਆਪਾਂ ਅੱਗੇ ਵਧਦੇ ਹਾਂ ਕਿ ਹੁਣ ਗੱਲ ਹੋ ਰਹੀ ਹੈ ਕਾਂਗਰਸ ਦਾ ਪ੍ਰਧਾਨ ਕੌਣ ਬਣੂਗਾ। ਸੋ ਰਾਹੁਲ ਗਾਂਧੀ ਆਪਣੀ ਸਟੇਟਮੈਂਟ ਦੇ ਰਹੇ ਨੇ। ਵੈਸੇ ਤੁਸੀਂ ਮੈਨੂੰ ਲੱਗਦਾ ਚੁਣ ਲਿਆ ਨਾ, ਤੁਸੀਂ ਮੈਨੂੰ ਹਮੇਸ਼ਾ ਹੀ ਕਹਿੰਦੇ ਆ ਵੀ ਨਾ ਰਾਹੁਲ ਗਾਂਧੀ ਤੋਂ ਬਿਨਾਂ ਕਿਤੇ ਨਹੀਂ। ਮੈਨੂੰ ਤਾਂ ਨਹੀਂ ਲੱਗਦਾ, ਫਿਰ ਵੀ ਆਪਾਂ ਡਿਸਕਸ ਕਰ ਲੈਂਦੇ ਆ। ਕਈ ਜਣੇ ਲੱਗੇ ਹੋਏ ਨੇ। ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜੀ ਪੰਜਾਬ ਦੀ ਕਾਂਗਰਸ ਬੋਡੀ ਆ ਉਹਨਾਂ ਨੇ ਤਾਂ ਚੁਣ ਹੀ ਲਿਆ ਸਰਵਸੰਮਤੀ ਨਾਲ ਕਿ ਰਾਹੁਲ ਗਾਂਧੀ। ਉਹ ਹਜੇ ਮੰਨਦੇ ਨਹੀਂ ਪਏ ਕਿਉਂਕਿ ਉਹ ਆਪਣੀ ਭਾਰਤ ਜੋੜੋ ਯਾਤਰਾ 'ਚ ਲੱਗੇ ਹੋਏ ਨੇ। ਉਧਰ ਅਸ਼ੋਕ ਗਹਿਲੋਤ ਜੀ ਸੀਐਮ ਨੇ, ਤਾਂ ਇੱਕ ਨਵੀਂ ਸਟੇਟਮੈਂਟ ਆਈ ਹੈ ਰਾਹੁਲ ਜੀ ਵੱਲੋਂ ਕਿ ਜਦੋਂ ਤੱਕ ਉਹ ਸੀਐਮ ਨੇ ਉਦੋਂ ਤੱਕ ਉਹਨਾਂ ਨੂੰ ਛੱਡਣੀ ਪੈਗੀ ਕੁਰਸੀ ਆਪਣੀ, ਜੇ ਮੈਂ ਪ੍ਰਧਾਨਗੀ ਦਾ। ਪਤਾ ਨਹੀਂ ਇਹ ਕੀ ਸਿਨੈਰੀਓ ਬਣਦਾ ਪਿਆ, ਮਤਲਬ ਕੋਈ ਮੂੰਹ ਸਿਰ ਸਮਝ ਨਹੀਂ ਆ ਰਿਹਾ ਕਿ ਗੇਮ ਕਿੱਧਰ ਨੂੰ ਜਾ ਰਹੀ ਹੈ। ਵੈਸੇ ਮੈਂ ਨਿਸ਼ਕਰਸ਼ ਕੱਢਿਆ ਸੀਗਾ ਕਿ ਸਭ ਕੁਝ ਘੁੰਮ ਫਿਰ ਕੇ ਨਾ 360 ਡਿਗਰੀ ਹੋ ਕੇ ਇਹ ਗੱਲ ਰਾਹੁਲ ਤੇ ਹੀ ਹੋਣੀ ਹੈ, ਜਾਂ ਉਹਨਾਂ ਦੇ ਫੈਮਿਲੀ ਦੇ ਕਿਸੇ ਹੋਰ ਮੈਂਬਰ ਤੋਂ ਹੋਣੀ ਹੈ, ਜਾਂ ਉਹਨਾਂ ਨੇ ਕਹਿਣਾ ਕਿ ਲੈਟ ਅਸ ਟਰਾਈ ਪ੍ਰਿਯੰਕਾ ਵਾਡਰਾ ਦਿਸ ਟਾਈਮ। ਸ਼ਾਇਦ ਇਹ ਵੀ ਹੋ ਸਕਦਾ ਹੈ, ਬਟ ਮੈਨੂੰ ਨਹੀਂ ਲੱਗਦਾ ਕਿ ਇਸ ਫੈਮਿਲੀ ਤੋਂ ਬਾਹਰ ਕਿਤੇ ਕੋਈ ਪ੍ਰਧਾਨ ਦੇਖ ਸਕਦੇ ਹਾਂ ਆਪਾਂ। ਅੱਛਾ, ਜੇ ਹੁਣ ਅਸ਼ੋਕ ਗਹਿਲੋਤ ਕਹਿੰਦੇ ਆ ਵੀ ਮੈਂ ਲੜਨਾ, ਤੇ ਫਿਰ ਰਾਜਸਥਾਨ ਵੀ ਵੇਖਣਾ ਪੈਣਾ ਕਿਸੇ ਨੂੰ। ਪਾਇਲਟ ਸਾਹਿਬ ਵੀ ਲੱਗੇ, ਸਚਿਨ ਪਾਇਲਟ ਕਹਿੰਦੇ ਕਿ ਲਗਾਤਾਰ ਸਰਗਰਮ ਨੇ, ਔਰ ਉੱਥੇ ਉਹ ਕੈਂਪੇਨ ਵੀ ਉਹਨਾਂ ਨੇ ਸ਼ੁਰੂ ਕਰ ਦਿੱਤੀ। ਅੱਜ ਕੱਲ੍ਹ ਉਹਨਾਂ ਦੀ ਵੀਡੀਓ ਬੜੀ ਵਾਇਰਲ ਹੋ ਰਹੀ, ਜਿੱਥੇ ਮੋਟਰਸਾਈਕਲ ਦੇ ਪਿੱਛੇ ਬੈਠੇ ਨੇ, ਹੈ ਨਾ। ਤੇ ਵੈਸੇ ਮੈਨੂੰ ਪਹਿਲਾਂ ਵੀ ਅਸ਼ੋਕ ਗਹਿਲੋਤ ਜਿਹੜੇ ਆਪਾਂ ਕਹਿ ਲਈਏ ਕਿ ਬਣਦੇ ਬਣ ਕੇ ਰਹਿ ਕੇ, ਹੁਣ ਇਹ ਹੈ ਕਿ ਚਲੋ ਅਸ਼ੋਕ ਗਹਿਲੋਤ ਜੇ ਇੱਦਾਂ ਹੁੰਦਾ ਹੈ ਤੇ ਫਿਰ ਸਚਿਨ ਪਾਇਲਟ ਦੇ ਕੋਲ ਮੌਕਾ ਹੈ, ਔਰ ਸਚਿਨ ਪਾਇਲਟ ਨੂੰ ਲੋਕੀ ਪ੍ਰੋਗਰੈਸਿਵ ਵੀ ਕਹਿੰਦੇ ਨੇ ਉੱਥੇ। ਬਿਲਕੁਲ, ਚਲੋ ਫਿਰ ਵੀ ਪਾਰਟੀ ਦਾ ਇੰਟਰਨਲ ਮੈਟਰ ਹੈ, ਪਰ ਅਸੀਂ ਇਹ ਦੇਖਣਾ ਚਾਹਾਂਗੇ ਕਿ ਪਾਰਟੀ ਕਿੰਨੀ ਸਟਰੋਂਗ ਹੋ ਸਕਦੀ, ਕਿਉਂਕਿ ਇੰਡੀਆ ਵਿੱਚ ਇਸ ਵਕਤ ਆਪੋਜੀਸ਼ਨ ਬਹੁਤ ਜ਼ਿਆਦਾ ਕਮਜ਼ੋਰ ਹੈ, ਜਿਸ ਕਰਕੇ ਸਾਰੇ ਮਾਹਿਰ ਇਹ ਮੰਨਦੇ ਨੇ ਕਿ ਬੀਜੇਪੀ ਡਰਦੀ ਇਸ ਕਰਕੇ ਨਹੀਂ ਕਿਉਂਕਿ ਸਾਹਮਣੇ ਕੋਈ ਆਪੋਜੀਸ਼ਨ ਵਾਲਾ ਨਹੀਂ ਹੈ। ਦੇ ਆਰ ਸੋ ਕੌਨਫੀਡੈਂਟ ਕਿ ਸ਼ਾਇਦ 2024 ਦੇ ਵਿੱਚ ਵੀ ਉਹ ਵੀ ਫਿਰ ਤੋਂ ਰਿਪੀਟ ਹੋਣ ਜਾ ਰਹੇ ਨੇ। ਅੱਛਾ, ਇੱਕ ਗੱਲ ਹੋਰ ਵੀ ਧਿਆਨ 'ਚ ਰੱਖੋ, ਕਹਿੰਦੇ ਵੀ ਹੁਣ ਜੇ ਕੈਨੇਡਾ ਜਾਣਾ ਨਾ, ਮੈਂ ਕਿਹਾ ਕੈਨੇਡਾ ਚੱਲ ਜੀਗੇ, ਆਪਾਂ ਪੰਜਾਬ ਦੀਆਂ ਤਾਂ ਗੱਲਾਂ ਕਰ ਲਈਆਂ, ਕਾਂਗਰਸ ਦੀ ਵੀ ਗੱਲ ਕਰ ਲਈ ਆ ਕੈਨੇਡਾ ਵਾਲਿਆਂ ਜਵਾਕਾਂ ਨੂੰ ਕਹਿੰਦੇ ਜਿਹੜੇ ਸਾਡੇ ਪੰਜਾਬੀ ਆ, ਸਪੈਸ਼ਲੀ ਭਾਰਤੀ ਆ, ਉਹਨਾਂ ਨੂੰ ਐਡਵਾਈਜ਼ਰੀ ਜਾਰੀ ਹੋ ਗਈ ਇੱਕ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬੀ ਜਿਹੜੇ ਕ੍ਰਾਈਮ ਉੱਥੇ ਹੁੰਦੇ ਨੇ, ਉਹਨਾਂ ਦੇ ਵਿੱਚ ਪੰਜਾਬੀ ਬੜੇ ਇਨਵੋਲਵਡ ਸੀਗੇ। ਹੁਣ ਪੰਜਾਬੀ ਜਵਾਕਾਂ ਨੂੰ ਉਹਨਾਂ ਨੇ ਕਹਿ ਦਿੱਤਾ ਵੀ ਜੇ ਤੁਹਾਨੂੰ ਕੋਈ ਫਸਾਉਂਦਾ ਆ, ਜਾਂ ਤੁਸੀਂ ਕਿਤੇ ਕੋਈ ਕ੍ਰਾਈਮ ਦੇਖਦੇ ਆ, ਤੇ ਤੁਸੀਂ ਜਿਹੜੀ ਗੱਲ ਕਰ ਲਓ ਵੀ ਤੁਸੀਂ ਓਟਵਾ ਜਿਹੜਾ ਸੈਂਟਰ ਆ ਸਾਡਾ, ਜਾਂ ਵੈਨਕੂਵਰ ਸੈਂਟਰ ਆ, ਜਾਂ ਉਹਨਾਂ ਨੇ 2-3 ਹੋਰ ਸੈਂਟਰ ਦਿੱਤੇ ਆ, ਵੀ ਤੁਸੀਂ ਉੱਥੇ ਜਾ ਕੇ ਪੁਲਿਸ ਨੂੰ ਦੱਸ ਸਕਦੇ ਆ, ਜਾਂ ਫਿਰ ਸਾਨੂੰ ਉਹਨਾਂ ਨੇ ਫ਼ੋਨ ਨੰਬਰ ਵੀ ਦਿੱਤੇ ਆ ਉਹਦੇ ਵਿੱਚ ਕਿ ਫ਼ੋਨ ਕਰ ਲਓ। ਮੈਂ ਸੋਚਦਾ ਸੀ ਵੀ ਦੇਖ ਲਓ, ਉਹਨਾਂ ਨੂੰ ਪਤਾ ਲੱਗਦਾ ਵੀ ਕਿਹੜਾ ਕਮਿਊਨਿਟੀ ਵਾਲਾ ਕੀ ਕਰਦਾ ਆ ਨਾ। ਇਸ ਕਰਕੇ ਹੁਣ ਭਾਰਤੀ ਜਿਹੜੇ ਸਟੂਡੈਂਟਸ ਆ ਉਹਨਾਂ ਲਈ ਐਡਵਾਈਜ਼ਰੀ ਹੈ, ਕਿਸੇ ਹੋਰ ਲਈ ਨਹੀਂ ਹੈਗੀ। ਗੱਲ ਇਹ ਹੈ ਨਾ ਕਿ ਜਿਹੜੇ ਸੁਪਨੇ ਲੈ ਕੇ ਅਸੀਂ ਕੈਨੇਡਾ ਦੀ ਧਰਤੀ ਤੇ ਗਏ, ਉੱਥੇ ਜਾ ਕੇ ਅਸੀਂ ਹੋਰ ਹੀ ਕੰਮ ਸ਼ੁਰੂ ਕਰਕੇ ਬਹਿ ਗਏ ਹਾਂ। ਹਾਲਾਂਕਿ ਸਾਨੂੰ ਬੜਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਸਾਡੇ ਬੰਦਿਆਂ ਨੂੰ, ਸਾਡੇ ਮੁੰਡਿਆਂ ਨੂੰ ਕੈਨੇਡਾ ਨੇ ਸਾਂਭਿਆ ਹੈ। ਇੱਥੇ ਕਿੱਦਾਂ ਤੁਰੇ ਫਿਰਦੇ ਨੇ, ਉੱਥੇ ਇੱਕ ਫਿਊਚਰ ਹੈ, ਉੱਥੇ ਉਹਨਾਂ ਨੂੰ ਲੱਗਦਾ ਕਿ ਸਾਡੇ ਟੈਲੈਂਟ ਦਾ ਸਹੀ ਇਸਤੇਮਾਲ ਹੋ ਸਕਦਾ ਹੈ। ਪਰ ਉੱਥੇ ਜਾ ਕੇ ਜੇ ਇਹ ਕੁਝ ਕਰਨਾ, ਗੈਂਗਸਟਰਸ ਮਿਲ ਕੇ, ਪਿੱਛੇ ਜੇ ਇੱਕ ਲਿਸਟ ਜਾਰੀ ਹੋਈ ਸੀ 11
ਜਾਣੇ ਜਿਹੜੇ ਗੈਂਗਸਟਰਸ ਨੇ ਉਹਨਾਂ ਵਿੱਚੋਂ 9 ਬੰਦੇ ਪੰਜਾਬੀ 2 ਬੰਦੇ ਬਾਹਰਲੇ। ਹੁਣ ਦੱਸੋ ਕਿੰਨੀ ਸ਼ਰਮ ਦੀ ਗੱਲ ਹੈ ਸਾਡੇ ਵਾਸਤੇ। ਕਿੱਥੇ ਅਸੀਂ ਸਰਕਾਰਾਂ ਦੇ ਵਿੱਚ ਬਹਿ ਕੇ ਸਰਕਾਰਾਂ ਚਲਾਉਂਦੇ ਹਾਂ, ਮਿਨਿਸਟਰਸ ਬਣੇ ਹੋਏ ਹਾਂ, ਕਿੱਥੇ ਅਸੀਂ ਗੈਂਗਸਟਰਸ ਬਣੇ ਹੋਏ ਹਾਂ। ਪਿੱਛੇ ਜੇ ਇੱਕ ਹੋਰ ਹੋਈ ਘਟਨਾ, ਤਲਵਾਰਾਂ ਚੱਲ ਗਈਆਂ, ਸਟੂਡੈਂਟਸ ਨੇ ਤਲਵਾਰਾਂ ਚਲਾ ਦਿੱਤੀਆਂ, ਵਾਕਈ ਉਹ ਵੀ ਘਟਨਾ ਹੋਈ। ਔਰ ਆਪਾਂ ਉਹਦੀ ਵੀ ਗੱਲ ਕਰਦੇ ਸੀ ਵੀ ਗਾਣੇ ਚਲਾਉਂਦੇ ਸੀਗੇ ਜੀ ਡਾਊਨਟਾਊਨ ਦੇ ਵਿੱਚ, ਤੇ ਪੁਲਿਸ ਵਾਲਿਆਂ ਨੇ ਕਹਿ ਦਿੱਤਾ ਤੇ ਫਿਰ ਕਹਿੰਦੇ 40 ਦੇ 40 ਉਹਨੂੰ ਪੈ ਗਏ ਆ। ਬਾਅਦ ਵਿੱਚ ਹੁਣ ਉਹਨਾਂ ਦਾ ਕੇਸ ਵੀ ਚੱਲਦਾ ਆ, ਡਿਪੋਰਟ ਵੀ ਹੋ ਸਕਦੇ ਆ, ਕੁਝ ਵੀ ਹੋ ਸਕਦਾ ਹੈ। ਹੋਰ ਇਸ ਚੀਜ਼ ਨੂੰ ਸਾਨੂੰ ਅਕਲ ਸਿੱਖਣੀ ਚਾਹੀਦੀ ਹੈ ਕਿ ਬਈ ਆਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਅਸੀਂ ਪੰਜਾਬੀ ਜੁਝਾਰੂ ਕੌਮ ਜ਼ਰੂਰ ਹਾਂ, ਪਰ ਜੁਝਾਰੂ ਕਿਸੇ ਚੰਗੇ ਮਕਸਦ ਵਾਸਤੇ ਹੋਈਏ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਸੰਜੀਵ ਜੀ ਜਦੋਂ ਅਸੀਂ ਕਿਤੇ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਹੁੰਦੇ ਆ ਨਾ, ਚਾਹੇ ਕਿਤੇ ਵੀ ਹੁੰਦੇ ਆ, ਆਪਣੇ ਘਰ ਤੋਂ ਬਾਹਰ ਹੁੰਦੇ ਆ, ਤਾਂ ਅਸੀਂ ਸਾਰਿਆਂ ਨੂੰ ਰਿਪਰੈਜ਼ੈਂਟ ਕਰਦੇ ਹੁੰਦੇ ਆ। ਪਰਿਵਾਰ ਨੂੰ ਰਿਪਰੈਜ਼ੈਂਟ ਕਰਦੇ ਹੁੰਦੇ, ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਹੁੰਦੇ ਆ, ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਹੁੰਦੇ। ਇਸ ਕਰਕੇ ਥੋੜਾ ਜਿਹਾ ਕਹਿੰਦੇ ਨਾ ਵੀ ਐਡੇ ਵੀ ਨਾ ਖੁੱਲ੍ਹ ਗਏ ਕਿ ਲੋਕ ਸਾਨੂੰ ਕਹਿਣ ਵੀ ਇਹ ਤਾਂ ਬਸ਼ਰਮ ਆ ਨਾ। ਬਸ਼ਰਮੀ 'ਚ ਤੇ ਖੁੱਲ੍ਹਣ 'ਚ ਥੋੜਾ ਜਿਹਾ ਫਰਕ ਹੁੰਦਾ ਹੈ। ਸੋ ਇਹ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ, ਗ੍ਰੇ ਲਾਈਨ। ਐਗਜ਼ੈਕਟਲੀ। ਔਰ ਮਾਂ-ਬਾਪ ਨੂੰ ਚਾਹੀਦਾ ਲਗਾਤਾਰ ਫੋਨ ਕਰਕੇ ਬੱਚਿਆਂ ਦੀ, ਨਹੀਂ ਮਾਪਿਆਂ ਦਾ ਨਹੀਂ ਇਹਦੇ ਵਿੱਚ ਕੋਈ ਰੋਲ। ਮੈਂ ਤੁਹਾਨੂੰ ਇਹ ਗੱਲ ਦੱਸ ਦਿੰਦਾ ਵੀ ਹਾਂ, ਮਾਪਿਆਂ ਦਾ ਰੋਲ ਨਹੀਂ ਹੁੰਦਾ। ਕਈ ਵਾਰ ਸੰਗਤ ਇਦਾਂ ਦੀ ਮਿਲ ਜਾਂਦੀ, ਕਈ ਵਾਰ ਸਿਚੁਏਸ਼ਨ ਇਦਾਂ ਦੀ ਹੋ ਜਾਂਦੀ, ਕਿਉਂਕਿ ਇੱਕ ਖੁੱਲ੍ਹ ਉੱਥੇ ਉਧਰਲੇ ਮੁਲਕਾਂ ਦੀ, ਪੱਛਮੀ ਮੁਲਕਾਂ ਦੀ ਖੁੱਲ੍ਹ ਬਹੁਤ ਜਿਹੜੀ ਹੈ ਨਾ ਉਹ ਪ੍ਰਭਾਵਿਤ ਹੋਈ। ਗੱਲ ਨੂੰ ਹੀ ਮੈਂ ਕਹਿ ਰਿਹਾ ਸੀਗਾ ਕਿ ਮਾਪਿਆਂ ਨੂੰ ਚਾਹੀਦਾ ਕਿ ਉਹਨਾਂ ਨੂੰ ਫੋਨ ਕਰਦੇ ਰਹਿਣ, ਹਰ ਹਫਤੇ ਕਰਨ ਜਾਂ ਹਰ ਰਾਤ ਨੂੰ। ਬੇਬੇ ਨੂੰ ਤਾਂ ਬੜਾ ਸ਼ੌਕ ਹੁੰਦਾ ਪੁੱਤਰ ਨਾਲ ਗੱਲ ਕਰਨ ਦਾ, ਵੇ ਕੀ ਕਰਦਾ, ਜਿਵੇਂ ਇੱਥੇ ਦੇਖਿਆ ਕਿਵੇਂ ਝਾੜਾਂ ਪੈਂਦੀਆਂ ਹੁੰਦੀਆਂ। ਮੈਂ ਤੁਹਾਨੂੰ ਉਹੀ ਕਹਿਣਾ ਵੀ ਮੁੰਡਾ ਜਦੋਂ ਕਮਾਊ ਹੋ ਜਾਂਦਾ ਨਾ, ਜਾਂ ਧੀ ਜਦੋਂ ਕਮਾਊ ਹੋ ਜਾਂਦੀ, ਉਹ ਵੀ ਕੈਨੇਡਾ ਵਾਲੀ ਹੋ ਜਾਂਦੀ ਹੈ ਨਾ, ਫਿਰ ਮਾਪੇ ਵੀ ਤੁਹਾਨੂੰ ਪਤਾ ਇੱਧਰ ਲਹਿਜਾ ਜਿਹੜਾ ਉਹ ਥੋੜਾ ਪਾ ਲੈਂਦੇ ਵੀ ਹੋਰ ਮੇਰਾ ਪੁੱਤ ਚਲੇ ਗਿਆ ਕੰਮ ਤੇ। ਸੋ ਇਹ ਕਰਕੇ ਨਾ ਕਿ ਉਹਨਾਂ ਨੂੰ ਲੱਗਦਾ ਵੀ ਹੁਣ ਬਾਪੂ ਦਾ ਤੇ ਮਾਂ ਦਾ ਹੁਣ ਕੋਈ ਹੈ ਨਹੀਂ ਤੇ ਇੱਥੇ ਤਾਂ ਜੇ ਤੁਸੀਂ ਦਰਅਸਲ ਨਾ ਸਾਡਾ ਸਿਸਟਮ ਵੀ ਉਲਟਾ। ਇੱਥੇ ਕੁੜੀ 10 ਮਿੰਟ ਲੇਟ ਹੋ ਜਾਵੇ ਕਾਲਜ ਤੋਂ ਤੇ ਮਾਂ ਬਾਹਰ ਨਿਕਲ ਜਾਂਦੀ, ਪੇਰ ਵੇ ਗਖਿਆ ਤੇ ਕੁੜੀ ਆਈ ਨਹੀਂ, ਬੱਸ ਖਰਾਬ ਹੋ ਗਈ ਫਲਾਨਾ। ਫਿਰ ਨਾ ਹੀ ਆਉਂਦੇ ਕੁੜੀ ਨੂੰ ਕਦੇ, ਮਤਲਬ ਬਹੁਤੇ ਕੇਸ 'ਚ ਇਹ ਹੁੰਦਾ ਸੀ ਕੁੜੀ ਨੂੰ ਇਹ ਨਹੀਂ ਪੁੱਛਦੇ ਨਾ ਵੀ ਕੁਛ ਪ੍ਰੋਬਲਮ ਹੋ ਗਈ, ਕਿੱਥੇ ਸੀ ਹੈ ਨਾ। ਉਹ ਫਿਰ ਕਹਿੰਦੇ ਵੀ ਬੱਸ ਖਰਾਬ ਹੋ ਗਈ ਸੀਗੀ। ਅਸੀਂ ਕੈਨੇਡਾ ਭੇਜ ਦਿੱਤੀ ਕੁੜੀ, ਹੁਣ ਉਹ ਕੱਲੀ ਆ, ਸ਼ਿਫਟਾਂ ਲਾਉਂਦੀ, ਸਾਰਾ ਕੁਝ ਕਰਦੀ ਆ, ਉੱਥੇ ਕੌਣ ਬਾਪੂ ਆ। ਇਹ ਨਾ ਸਾਹੀ ਆਪਦੇ ਪੈਰ ਕਹਿੰਦੇ ਹੁੰਦੇ ਨਾ ਵੀ ਜਦੋਂ ਆਪਦਾ ਝੱਗਾ ਚੱਕੀ ਤਾਂ ਆਪਦਾ ਢਿੱਡ ਨੰਗਾ ਹੋਣਾ। ਉਹ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਖੁੱਲ੍ਹ ਕੇ ਆਉਂਦੀਆਂ, ਪਰ ਹੈ ਨਹੀਂ ਹਾਓ ਆਪਾਂ ਕਹਿ ਲਈਏ ਕਿ ਹਰ ਕੋਈ ਉੱਦਾਂ ਦਾ ਨਹੀਂ ਹੁੰਦਾ ਤੇ ਹਰ ਕੋਈ ਇੱਦਾਂ ਦਾ ਵੀ ਨਹੀਂ ਹੁੰਦਾ। ਸਹੀ ਗੱਲ ਹੈ, ਸਾਡੀ ਫੈਮਿਲੀਜ਼ ਦੇ ਇੱਦਾਂ ਦੇ ਹੀ ਸੰਸਕਾਰ ਨੇ ਕਿ ਹਮੇਸ਼ਾ ਮਾਂ-ਬਾਪ ਦਾ ਦਬਦਬਾ ਰਹਿੰਦਾ ਹੈ। ਹੁਣ ਮੈਂ ਆਪ ਤੁਹਾਨੂੰ ਦੱਸਦਾ, ਮੇਰੇ ਮਾਤਾ ਜੀ ਮੈਨੂੰ ਮਤਲਬ ਹਫਤੇ 'ਚ 2-3 ਵਾਰੀ ਥੱਪੜ ਪੈ ਜਾਂਦਾ ਮੇਰੀ ਮਾਂ ਕੋਲੋਂ ਹਜੇ ਵੀ। ਹਾਂ ਬਈ, ਹਾਂ ਬਹੁਤ ਦਿਨ ਹੋ ਗਏ ਤੇਰੀ ਮਿੱਟੀ ਨਹੀਂ ਝਾੜੀ, ਆ ਤੇਰੀ ਮਿੱਟੀ ਝਾੜਾਂ। ਉਹ ਮੈਨੂੰ ਬੜਾ ਸਵਾਦ ਆਉਂਦਾ ਕਿ ਕੋਈ ਤਾਂ ਹੈ ਮੇਰੀ ਮਿੱਟੀ ਝਾੜਨ ਵਾਲਾ। ਮਤਲਬ ਇਹ ਹੈ ਕਿ ਮਾਂ ਦਾ, ਇਹਨੂੰ ਲਾਡ ਹੀ ਕਹਿ ਲਓ, ਪਿਆਰ ਹੀ ਕਹਿ ਲਓ। ਸਾਡੇ ਬਜ਼ੁਰਗ ਤਾਂ ਕਹਿੰਦੇ ਨੇ ਕਿ ਮਾਂ ਪਿਓ ਦੀਆਂ ਗਾਲਾਂ ਤੇ ਘਿਓ ਦੀਆਂ ਨਾਲਾਂ, ਕਹਿੰਦੇ ਨੇ ਨਾ, ਕਿ ਘਿਓ ਹੀ ਹੈ ਇਹ ਵੀ, ਤਾਂ ਮਾਂ-ਬਾਪ ਦਾ ਰਹਿੰਦਾ ਹੈ। ਸੋ ਬਹੁਤ ਅੱਛਾ ਰਹਿੰਦਾ ਹੈ ਕਿ ਮਾਂ-ਬਾਪ ਅੱਗੇ ਵਧੀਆ। ਮੈਂ ਕਿਹਾ ਵੀ ਹੁਣ ਤੁਸੀਂ ਘਰੇ ਜਾ ਕੇ ਕਰ ਲਿਓ, ਘਰ ਜਾ ਕੇ ਮੈਂ ਫਿਰ ਥੱਪੜ ਖਾਣਾ ਅੱਜ ਮਾਂ ਜੀ ਕੋਲੋਂ, ਕਿਉਂਕਿ ਉਹਨਾਂ ਦੇ ਮੂੰਹ ਦਾ ਕੁਝ ਨਹੀਂ ਪਤਾ, ਇੱਧਰ ਆ ਤੇਰੀ ਮਿੱਟੀ ਝਾੜਾ। ਸੋ ਹੁਣ ਅੱਗੇ ਚੱਲਦੇ ਹਾਂ। ਬੀਜੇਪੀ ਵਾਲਿਆਂ ਦੀ ਮਿੱਟੀ ਝਾੜੀ ਹੈ ਕਾਫੀ। ਪੁਲਿਸ ਵਾਲਿਆਂ ਨੇ ਪਾਣੀ ਦੀਆਂ ਬੁਛਾਰਾਂ ਮਾਰ ਕੇ ਕਹਿੰਦੇ ਆਪਰੇਸ਼ਨ ਲੋਟਸ ਚੱਲਦਾ ਪਿਆ। ਤੇ ਅੱਛਾ, ਮੈਨੂੰ ਸਿਸਟਮ ਨਹੀਂ ਸਮਝ ਆਉਂਦਾ ਹੁੰਦਾ, ਜਾਂ ਇਹ ਕਹਿ ਲਓ ਕਿ ਸਿਸਟਮ ਆਪਣੇ ਹਿਸਾਬ ਦੇ ਨਾਲ ਹੀ ਕਰ ਲੈਂਦੇ ਆ। ਸਭ ਨੂੰ ਪਤਾ ਹੁੰਦਾ ਵੀ ਜੋ ਇਹ ਕਰਨ ਡੇ ਆ ਵੀ ਇਹ ਹੁਣ ਪਾਣੀ ਤਾਂ ਪੈਣਾ ਹੀ ਹੈ ਇਹਨਾਂ ਦੇ ਉੱਤੇ, ਹੈ ਨਾ। ਇਹ ਕਿਹੜਾ ਵੀ ਟੀਚਰ ਵਾਲਾ ਵੀ ਜਿਹਨੂੰ ਕੁੱਟਣਾ ਵੀ ਇਹਨਾਂ ਨੇ, ਸਹੀ ਹੈ ਨਾ। ਇਹਨਾਂ ਨੂੰ ਤਾਂ ਪਾਣੀ ਪੂਣੀ ਪਾ ਕੇ ਛੱਡ ਦੇਣਾ। ਤੁਹਾਨੂੰ ਆਮ ਆਦਮੀ ਪਾਰਟੀ ਦਾ ਵੀ ਹੋਏਗਾ, ਇਹਨਾਂ ਨੂੰ ਪਾਣੀ ਪੂਣੀ ਪਾ ਕੇ ਛੱਡਤਾ ਸੀ ਇਹਨਾਂ ਨੇ, ਬੇਕਾਰੀ ਕੀਤਾ ਸੀਗਾ। ਉਹ ਵਿਚਾਰੇ ਟੀਚਰ ਵੀ ਦੂਸਰੇ ਬੰਨੇ ਲੈ ਲਓ ਜਿਹੜੇ ਮੀਤ ਹੇਅਰ ਦੇ ਘਰ ਬਾਹਰ ਕਰਦੇ ਸੀ, ਤੇ ਉਹਨਾਂ ਦੇ ਨਾਲ ਤੇ ਐਦਾਂ ਵੀ ਜਿਵੇਂ ਸ਼ਰੀਕ ਲੜਦੇ ਹੁੰਦੇ। ਸਹੀ ਗੱਲ ਹੈ। ਇਹ ਦੋ ਪਾਸੇ ਆ, ਇਹ ਦੋ ਪਾਸਿਆਂ ਨੂੰ ਤੁਸੀਂ ਦੇਖ ਲਓ ਵੀ ਕਿਵੇਂ ਆ। ਹਾਂ, ਹਾਲਾਂਕਿ ਚਲੋ ਆਪਾਂ ਕਹਿੰਦੇ ਹਾਂ ਕਿ ਬੀਜੇਪੀ ਕਹਿੰਦੀ ਆ ਵੀ ਲਾਅ ਐਂਡ ਆਰਡਰ ਨਹੀਂ ਰਿਹਾ। ਹਾਲਾਂਕਿ ਲਾਅ ਐਂਡ ਆਰਡਰ ਬੀਜੇਪੀ ਨੇ ਰੱਖਣਾ ਕਿ ਨਹੀਂ ਰੱਖਣਾ, ਇਹ ਬੀਜੇਪੀ ਦੇ ਸਿਰ 'ਤੇ ਹੈ। ਕਿਉਂਕਿ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਵੀ ਜਦੋਂ ਬਨਵਾਰੀ ਲਾਲ ਪੁਰੋਹਿਤ ਹੋਣਾ ਨੇ, ਇਹ ਕੋਈ ਨਿਆਣਿਆਂ ਦਾ ਖੇਲ ਤਾਂ ਨਹੀਂ ਵੀ ਤੁਸੀਂ ਪਹਿਲਾਂ ਪਰਮਿਸ਼ਨ ਦੇ ਦਿਓ ਤੇ ਐਨ ਮੌਕੇ ਤੁਸੀਂ ਪਰਮਿਸ਼ਨ ਖਾਰਜ ਕਰ ਦਿਓ, ਹੈ ਨਾ। ਸੋ ਇੱਕ ਵੀ ਵੱਡੀ ਗੱਲ ਆ, ਉਹ ਕਹਿੰਦੇ ਜੇ ਅਸੀਂ ਸੁਪਰੀਮ ਕੋਰਟ 'ਤੇ ਵੀ ਜਾਵਾਂਗੇ। ਫਿਰ ਇਹ ਚੀਜ਼ਾਂ ਜਿਹੜੀਆਂ ਨੇ ਨਾ, ਦੇਖੋ ਕੀ ਕਹਿੰਦੇ ਆ ਨਾ ਵੀ ਤੁਸੀਂ ਤਾਂ ਆਪਾਂ ਪਹਿਲਾਂ ਵੀ ਕਹਿੰਦੇ ਸੀ ਵੀ ਜਿਹੜਾ ਨੀਵਾਂ ਹੈ ਉਹਦੇ ਲਈ ਸਲੂਕ ਵੱਖਰਾ ਆ ਤੇ ਜਿਹੜਾ ਉੱਚਾ ਉਹਦੇ ਲਈ ਸਲੂਕ ਵੱਖਰਾ। ਹੁਣ ਪੋਲੀਟੀਕਲ ਜਿਹੜੇ ਲੋਕ ਨੇ ਉਹਨਾਂ ਲਈ ਸਲੂਕ ਵੱਖਰਾ ਤੇ ਜਿਹੜੇ ਈਟੀਟੀ ਟੈਟ ਪਾਸ ਜਿਹੜੇ ਨੇ ਉਹਨਾਂ ਲਈ ਸਲੂਕ ਵੱਖਰਾ ਹੈ। ਨੈਚੁਰਲੀ ਭਾਰਤ ਦੇ ਵਿੱਚ ਦੋ ਨੇ ਨਾ, ਇੱਕ ਇੰਡੀਆ ਹੈ, ਇੱਕ ਭਾਰਤ ਹੈ। ਵਾਕਈ ਇੰਡੀਆ ਵਾਸਤੇ ਸਲੂਕ ਵੱਖਰਾ, ਉਹ ਵੱਡੀ ਹਾਈ ਕਲਾਸ ਜੈਂਟਰੀ ਆ, ਔਰ ਭਾਰਤ ਵਾਸਤੇ ਸਲੂਕ ਵੱਖਰਾ, ਉਹ ਸਾਡੇ ਵਰਗੇ ਨੇ ਜਿਹੜੇ ਕਿਸੇ ਗਿਣਤੀ 'ਚ ਕਿਸੇ ਕਲੱਬ 'ਚ ਨਹੀਂ ਆਉਂਦੇ, ਕਿਸੇ ਕਲੱਬ 'ਚ ਉਹਨਾਂ ਨੂੰ ਪੜ੍ਹਨ ਦੀ ਐਂਟਰੀ ਨਹੀਂ ਹੁੰਦੀ, ਹੈ ਨਾ। ਸੋ ਗੱਲ ਇਹੀ ਹੈ। ਹੁਣ ਉਧਰ ਆਪਰੇਸ਼ਨ ਲੋਟਸ ਦੇ ਖਿਲਾਫ ਚੱਲਿਆ ਕਿ ਮਾਨ ਸਾਹਿਬ ਕਹਿੰਦੇ ਨੇ ਉਹਨਾਂ ਦੀ ਸਰਕਾਰ, ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡੇ ਵਿਧਾਇਕ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ। ਉਹ ਕਹਿੰਦੇ ਨੇ ਕਿ ਸਾਡੇ ਉੱਤੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਹ ਚੱਲੇ ਨੇ CM ਸਾਹਿਬ ਦੀ ਕੋਠੀ ਦਾ ਘਿਰਾਓ ਕਰਨ।
ਨਾ ਤੇ ਪਾਣੀ ਭਰਤਾ, ਸ਼ਰਮਿੰਦਾ ਕਰਤਾ, ਸ਼ਰਮ ਨਾਲ ਪਾਣੀ ਕਰਤਾ, ਜਾਂ ਪਾਣੀ ਦੀਆਂ ਬੁਛਾਰਾਂ ਨਾਲ ਪਾਣੀ ਕਰਤਾ, ਵਾਟਐਵਰ, ਪਾਣੀ ਕਰ ਦਿੱਤਾ। ਇਹ ਵੀ ਪਾਣੀ ਹੋ ਗਿਆ। ਇਹ ਵੀ ਮਸਲਾ ਕਾਫੀ ਭਖਿਆ। ਸੋ ਉਧਰ ਹੁਣ 27 ਤਰੀਕ ਨੂੰ ਫਿਕਸ ਕਰਦੇ ਪਏ ਨੇ ਕਿ ਜਿਹੜਾ ਇਜਲਾਸ ਹੋਣਾ ਹੈ ਸਪੈਸ਼ਲ, ਉਹਦੇ ਵਾਸਤੇ ਪੁਰੋਹਿਤ ਸਾਹਿਬ ਨੇ ਜਿਹੜਾ ਕੀਤਾ ਹੈ ਕੈਂਸਲ, ਉਸ ਤਕਰੀਬਨ ਇਹੀ ਕਹਿ ਰਹੇ ਨੇ ਕਿ ਲੋਕਤੰਤਰ ਦਾ ਕਤਲ, ਲੋਕਤੰਤਰ ਦਾ ਕਾਣ ਇੱਦਾਂ ਨਹੀਂ ਹੋਣਾ ਚਾਹੀਦਾ ਸੀ। ਤੁਹਾਡੀ ਗੱਲ ਠੀਕ ਹੈ ਕਿ ਪਹਿਲਾਂ ਪਰਮਿਸ਼ਨ ਦਿਓ, ਬਾਅਦ ਵਿੱਚ ਪਰਮਿਸ਼ਨ ਕੈਂਸਲ ਕਰ ਦਿਓ। ਵਾਈ? ਵੈਸੇ ਮੈਨੂੰ ਲੱਗਦਾ ਹੁੰਦਾ ਕਿ ਲੋਕਤੰਤਰ ਤੇ ਹੈ ਹੀ ਨਹੀਂ ਕਿਤੇ, ਹੈ ਨਾ, ਲੋਕਤੰਤਰ ਵਾਕਈ ਨਹੀਂ ਰਿਹਾ, ਸਹੀ ਨਹੀਂ ਰਿਹਾ। ਹੁਣ ਜੇ ਕੋਈ ਦੇਖੋ ਉਹਨਾਂ ਨੇ ਕਰਨਾ ਵੀ ਸੀਗਾ ਤੇ ਅੱਗੇ ਨਹੀਂ ਉਹ ਖਰਚੇ ਕਰਦੇ, ਬਾਕੀ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ, ਔਰ ਜੇ ਗਵਰਨਮੈਂਟ ਦੀ ਸਟੇਬਿਲਿਟੀ ਪ੍ਰੂਵ ਹੋ ਜਾਂਦੀ ਹੈ ਉਹਦੇ ਵਿੱਚ ਤੇ ਕੀ ਫਰਕ ਪੈਂਦਾ? ਲੋਕਾਂ ਨੂੰ ਇੱਕ ਮੈਸੇਜ ਜਾਊਗਾ, ਜਿਹੜੇ ਜਿਨ੍ਹਾਂ ਮੁਲਕਾਂ ਤੋਂ ਅਸੀਂ ਬਿਜ਼ਨਸ ਲੈਣ ਦੀ ਗੱਲ ਕਰ ਰਹੇ ਉਹਨਾਂ ਨੂੰ ਪਤਾ ਹੋਊਗਾ ਕਿ ਇਹ ਗਵਰਨਮੈਂਟ ਬਹੁਤ ਸਟੇ ਆ ਬਈ, ਇਹ ਗਵਰਨਮੈਂਟ ਬੜੀ ਭਰੋਸੇਦਾਇਕ ਆ, ਇਹਨੇ ਸੈੱਟ ਲੈਣਾ। ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਕਿ ਸਾਡੇ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਜਾਂ ਕਿਸੇ ਹੋਰ ਸੂਬੇ ਦੇ ਵਿੱਚ, ਦੇਸ਼ ਦੇ ਵਿੱਚ ਕਿਤੇ ਵੀ ਕੋਈ ਵੀ ਘਟਨਾ ਹੁੰਦੀ ਹੈ ਉਹਦੀ ਰਿਐਕਸ਼ਨ ਆਉਂਦੀ ਹੈ, ਬਾਹਰੋਂ ਆਉਂਦੀ ਹੈ, ਬਾਹਰ ਦੇ ਦੇਸ਼ਾਂ 'ਚ ਰਿਐਕਸ਼ਨ ਹੁੰਦੀ ਹੈ। ਹੁਣ ਬਿਲਕਿਸ ਬਾਨੋ ਕੇਸ ਦੇ ਵਿੱਚ ਜਦੋਂ 11 ਦੇ 11 ਛੱਡ ਦਿੱਤੇ ਗਏ ਜੋ ਮੁਜਰਿਮ ਸੀਗੇ, ਰਿਐਕਸ਼ਨ ਆਈ ਹੈ ਜੀ। ਔਰ ਨੂਪੁਰ ਸ਼ਰਮਾ ਨੇ ਜਦੋਂ ਸਟੇਟਮੈਂਟਸ ਦਿੱਤੀਆਂ ਸੀ ਉਦੋਂ ਰਿਐਕਸ਼ਨ ਆਈ ਹੈ। ਹਰ ਚੀਜ਼ ਦੀ, ਕਿਸਾਨ ਅੰਦੋਲਨ ਦੀ ਕਿੰਨੀ ਵੱਡੀ ਰਿਐਕਸ਼ਨ ਆਈ ਹੈ। ਸੋ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਕਿ ਕੋਈ ਵੀ ਘਟਨਾ ਹੋਏਗੀ, ਬਾਹਰ ਦੀ ਏਜੰਸੀਜ਼ ਦੇਖਦੀਆਂ ਨੇ ਅਸੀਂ ਪੈਸਾ ਇਨਵੈਸਟ ਕਰਨਾ ਕਿ ਨਹੀਂ ਕਰਨਾ, ਕਿਉਂਕਿ ਕੋਈ ਵੀ ਬਿਜ਼ਨਸਮੈਨ ਖੂਚ ਪੈਸੇ ਦਾ ਸੁੱਟੇਗਾ ਨਹੀਂ, ਉਹਨੂੰ ਰਿਟਰਨ ਚਾਹੀਦੀ ਹੈ। ਜੇ ਪੰਜਾਬ ਦਾ ਸਿਨੈਰੀਓ ਤੁਸੀਂ ਇਦਾਂ ਦਾ ਪੇਸ਼ ਕਰਦੇ ਹੋ ਕਿ ਇੱਥੇ ਸਟੇਬਿਲਿਟੀ ਨਹੀਂ ਹੈ, ਪੋਲੀਟੀਕਲ ਇਨਸਿਕਿਉਰਿਟੀ ਹੈ, ਤਾਂ ਕੌਣ ਆਏਗਾ ਇੱਥੇ ਪੈਸੇ ਇਨਵੈਸਟ ਕਰਨ? ਵਿਦੇਸ਼ਾਂ ਤੇ ਕਿਹੜੀ ਕੰਪਨੀਆਂ ਆਉਣਗੀਆਂ? BMW ਤਾਂ ਪਹਿਲਾਂ ਹੀ ਮਨਾ ਕਰ ਚੁੱਕੀ ਹੈ ਕਿ ਨਹੀਂ। ਅੱਛਾ, ਉਦੋਂ ਤਾਂ ਪਤਾ ਵੀ ਨਹੀਂ ਲੱਗਾ ਵੀ ਕੀ ਹੋ ਗਿਆ, ਕੀ ਨਹੀਂ ਹੋਇਆ, ਸਾਨੂੰ ਸਮਝ ਵੀ ਨਹੀਂ ਆਈ। ਅੱਛਾ, ਜਿੱਦਾਂ ਹੁਣ ਤੁਸੀਂ ਕਹਿੰਦੇ ਵੀ 27 ਨੂੰ, ਹੁਣ ਦੇਖੋ ਜੇ ਉਹਨਾਂ ਨੇ ਪਹਿਲਾਂ ਨਹੀਂ ਕੀਤਾ, 22 ਨੂੰ ਨਹੀਂ ਕੀਤਾ, ਤੇ ਹੁਣ 27 ਨੂੰ ਹੋ ਜਾਊਗਾ। ਇਜਲਾਸ ਤੇ ਹੋ ਹੀ ਰਿਹਾ ਹੈ ਨਾ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਗਵਰਨਮੈਂਟ ਨਾ ਕਰੇ? ਪਰ ਇੱਥੇ ਦੇਖਣ ਦੀ ਗੱਲ ਹੈ ਕਿ ਲੋਕਤੰਤਰ ਨੂੰ ਆਪਣੇ ਮੁਤਾਬਕ ਸਰਕਾਰਾਂ ਚਲਾਉਂਦੀਆਂ ਨੇ, ਚਾਹੇ ਉਹ ਸੈਂਟਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ, ਆਪਣੀ ਸਹੂਲਤ ਦੇ ਮੁਤਾਬਕ ਜਿਹੜੇ ਨੇ ਇਹਨਾਂ ਨੂੰ ਲੱਗਦਾ ਕਿ ਅਸੀਂ ਕੰਮ ਕਰਨਾ ਹੈ। ਪਰਿਭਾਸ਼ਾ ਸਾਡੀ ਸਹੂਲਤ ਦੇ ਮੁਤਾਬਿਕ ਹੋਣੀ ਚਾਹੀਦੀ ਹੈ। ਮੈਨੂੰ ਲੱਗਦਾ ਕਿ ਹਰ ਚੀਜ਼ ਦੀ ਪਰਿਭਾਸ਼ਾ ਸਹੂਲਤ ਦੇ ਮੁਤਾਬਕ ਹੋਣੀ ਸ਼ੁਰੂ ਹੋ ਗਈ ਆ, ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਸੈਂਟਰ ਦੀਆਂ ਏਜੰਸੀਆਂ, ਕੇਂਦਰੀ ਏਜੰਸੀਆਂ ਦੀ ਗੱਲ ਕਰਦੇ ਹਾਂ, ਚਾਹੇ ਉਹ ਇੰਟੈਲੀਜੈਂਸ ਹੈ, ਚਾਹੇ ਉਹ ED ਹੈ, ਚਾਹੇ ਉਹ ਕੋਈ CBI ਹੈ, ਚਾਹੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ, ਉਹ ਸੈਂਟਰ ਆਪਦੀ ਮਰਜ਼ੀ ਦੇ ਨਾਲ ਹੀ ਲੱਗਦਾ ਕਿ ਲਾਗੂ ਕਰੀ ਜਾਂਦਾ। ਬਿਲਕੁਲ ਸਹੀ ਹੈ। CBI ਨੂੰ ਤਾਂ ਅਸੀਂ ਪਹਿਲਾਂ ਹੀ ਕਹਿੰਦੇ ਸੀ ਵੀ ਉਹ ਕੇਂਦਰ ਦੇ ਹੱਥ ਦਾ ਤੋਤਾ ਆ, ਕੇਂਦਰ ਦਾ ਤੋਤਾ ਆ, ਤੇ ਉਹ ਹੁਣ ਮੈਨੂੰ ਲੱਗਦਾ ਕਿ ਬਾਕੀ ਏਜੰਸੀਆਂ ਵੀ ਕੁਝ ਇਦਾਂ ਦੀਆਂ ਹੀ ਹੋ ਗਈਆਂ। ਪਰ ਇਹਨਾਂ ਨੂੰ ਇੰਨਾ ਐਕਸਪਲੋਇਟ ਨਹੀਂ ਕੀਤਾ ਜਾਣਾ ਚਾਹੀਦਾ ਕਿ ਲੋਕਾਂ ਦਾ ਇਹਨਾਂ ਤੋਂ ਜਿਹੜਾ ਭਰੋਸਾ ਉੱਠ ਜਾਵੇ, ਤੇ ਜਿਹੜਾ ਹੁਣ ਮੈਨੂੰ ਲੱਗਦਾ ਕਿ ਉੱਠਣ ਡਿਆ ਆ। ਲੋਕਾਂ ਨੂੰ ਲੱਗਦਾ ਹੈ ਕਿ ਐਸਾ ਕਿ BJP 'ਚ ਰੱਖਿਆ ਜਿਹੜੇ ਕਾਲੇ ਕਾਂ ਵੜਦੇ ਤੇ ਚਿੱਟੇ ਹੋ ਨਿਕਲਦੇ ਆ। ਯਾਨੀ ਕਿ ਤੁਹਾਡੇ ਤੇ ਪਹਿਲਾਂ ED ਛਾਪਾ ਮਾਰ ਦਿੰਦੀ, ਕਹਿੰਦੇ ਤੁਸੀਂ ਕਰੋੜਾਂ ਦੇ ਮਾਲਕ ਹੋ, ਤੇ ਜਦੋਂ ਤੁਸੀਂ BJP 'ਚ ਸ਼ਾਮਲ ਹੋ ਜਾਂਦੇ ਉਦੋਂ ਤੁਹਾਡੇ ਉਹ ਕਰੋੜ ਰੁਪਈਆ ਦੀਦਾ ਹੀ ਨਹੀਂ ਕਿਤੇ। ਹੁਣ ਇਹ ਗੱਲ ਆ ਨਾ ਵੀ ਐਡਾ ਕੀ ਆ BJP ਦੇ ਵਿੱਚ। ਤੁਸੀਂ ਦੇਖੋ ਹਰ ਚੀਜ਼ ਬਿਲਕੁਲ ਖੁੱਲੀ ਹੈ, ਓਪਨ ਹੋ ਚੁੱਕੀ, ਜਿਹਨੂੰ ਆਪਾਂ ਕਹਿੰਦੇ ਨੰਗਾ ਸੱਚ। ਸਭ ਨੂੰ ਸਭ ਕੁਝ ਪਤਾ ਹੈ ਕਿ ਇਹ ਕੀ ਕਰਦੇ ਨੇ, ਪਾਰਟੀਆਂ ਕੀ ਕਰਦੀਆਂ ਨੇ, ਪਾਰਟੀਆਂ ਦੇ ਵਿਧਾਇਕ ਕੀ ਕਰਦੇ ਨੇ, ਪਾਰਟੀ ਦਾ ਆਪਣਾ ਫੰਡ ਕਿੰਨਾ ਹੈ, ਕਿਸੇ ਨੂੰ ਪਤਾ ਹੈ ਕਿਸ ਪਾਰਟੀ ਕੋਲ ਕਿੰਨਾ ਫੰਡ ਹੈ। ਬਾਕੀ ਉਹ ਜੋ ਅਸੀਂ ਇਨਫੋਰਮੇਸ਼ਨ ਲੈਂਦੇ ਹਾਂ ਉਸ ਸਾਡੇ ਹੱਕ ਤੋਂ ਵੀ। ਅੱਛਾ, ਮੈਨੂੰ ਫਿਰ ਇੱਕ ਬੰਨੇ ਇਹ ਵੀ ਲੱਗਦਾ ਵੀ ਹੁਣ ਮਮਤਾ ਬੈਨਰਜੀ ਦੇ ਉੱਤੇ ਜਿਹੜੀ ਆ ਏਜੰਸੀਆਂ ਨੇ ਉਹ ਕਰ ਰਹੀਆਂ ਨੇ, ED ਕਰ ਰਹੀ ਆ, ਕਹਿੰਦੇ ਜੀ ਕਿ ਮਮਤਾ ਬੈਨਰਜੀ ਤੇ ਉਹਨਾਂ ਦੇ ਭਰਾ, ਉਹਨਾਂ ਦੀ ਭਾਬੀਆਂ ਦੇ ਕੋਲ ਬਹੁਤ ਆਮਦਨ ਤੋਂ ਵੱਧ ਪੈਸਾ ਆ। ਅੱਜ ਆ ਗਿਆ ਪੈਸਾ ਉਹਨਾਂ ਕੋਲ, ਇੱਕ ਦਿਨ ਬਾਅਦ ਆ ਗਿਆ ਪੈਸਾ, ਉਦੋਂ ਤੱਕ ਪਤਾ ਨਹੀਂ ਲੱਗਦਾ ਨਾ, ਉਦੋਂ ਤੱਕ ਪਤਾ ਨਹੀਂ ਲੱਗਦਾ ਤੁਹਾਨੂੰ, ਕਿਉਂਕਿ ਇੱਦਾਂ ਲੱਗਦਾ ਕਿ ਜਿਹਦੇ ਨਾਲ ਤੁਹਾਡੀ ਦੁਸ਼ਮਣੀ ਆ। ਹੁਣ ਤੁਸੀਂ ਦੇਖੋ, ਮੈਂ ਬਲਕਾਰ ਜੀ ਨਾਲ ਵੀ ਅੱਜ ਗੱਲ ਕਰਨ ਡਿਆ ਸੀ, ਮੈਂ ਉਹਨਾਂ ਨੂੰ ਪੁੱਛਦਾ ਸੀਗਾ ਵੀ ਇਹ ਸਾਰੇ ਜਿਹੜੇ ਪਾਪ ਇਹ ਓਪੋਜੀਸ਼ਨ ਹੀ ਕਰੀ ਜਾਂਦੀ ਹੈ ਕਿ ਜਿਹੜੇ ਹੁਣ ਸੱਤਾਧਾਰੀ ਆ ਉਹਨਾਂ ਦੇ ਕੋਈ ਪਾਪ ਹੀ ਨਹੀਂਗੇ, ਉਹਨਾਂ ਦੀ ਕੋਈ ਇਨਕੁਆਇਰੀ ਹੀ ਨਹੀਂ ਹੈਗੀ। ਬੜੇ ਸਾਰੇ ਨਾਂ ਸੀਗੇ ਜਿਹੜੇ ਇਹਨਾਂ ਨੇ ਹੁਣ ਚੁੱਪ ਹੀ ਕਰਾ ਰੱਖੇ ਵੀ ਕਿਤੇ ਹੋਇਆ ਹੀ ਨਹੀਂ ਆ। ਇਹੀ ਗੱਲ ਤਾਂ ਸੋਚਣ ਵਾਲੀ ਹੈ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਕਿ ਡੈਮੋਕ੍ਰੇਸੀ ਨਹੀਂ ਰਹੀ। ਹੁਣ ਜਿਸ ਚੀਜ਼ ਨੂੰ ਅਸੀਂ ਪਰਿਭਾਸ਼ਾ ਦੇਣਾ ਚਾਹੁੰਦੇ ਹਾਂ ਉਹਨੂੰ ਅਸੀਂ ਉੱਦਾਂ ਹੀ ਪਰਿਭਾਸ਼ਾ ਦੇਵਾਂਗੇ। ਦੇਖੋ ਇੱਕ ਗੱਲ ਹੈ, ਹੁਣ ਇੱਕ ਸ਼ਬਦ ਹੈ, ਉਸ ਸ਼ਬਦ ਦਾ ਇੱਕ ਅਰਥ ਹੈ ਜੋ ਐਕਚੁਅਲ ਅਰਥ ਹੈ, ਉਹ ਤੁਹਾਨੂੰ ਵੀ ਨਹੀਂ ਪਤਾ, ਉਹ ਮੈਨੂੰ ਵੀ ਨਹੀਂ ਪਤਾ, ਆਪਾਂ ਦੋਵੇਂ ਬਹਿਸ ਕਰੀ ਜਾਵਾਂਗੇ ਇਹਦਾ ਇਹ ਮਤਲਬ ਹੈ, ਤੁਸੀਂ ਕਹੋਗੇ, ਮੈਂ ਕਹੂੰਗਾ ਨਹੀਂ ਇਹਦਾ ਇਹ ਮਤਲਬ ਹੈ। ਜਦੋਂ ਅਸੀਂ ਦੋਵੇਂ ਉਸ ਐਕਚੁਅਲ ਅਰਥ ਤੇ ਪਹੁੰਚ ਜਾਵਾਂਗੇ ਤਾਂ ਬਹਿਸ ਬੰਦ ਹੋ ਜਾਂਦੀ, ਤੁਹਾਨੂੰ ਵੀ ਪਤਾ ਲੱਗ ਗਿਆ ਉਸ ਸ਼ਬਦ ਦਾ ਅਸਲੀ ਮੀਨਿੰਗ ਕੀ ਹੈ, ਮੈਨੂੰ ਵੀ ਪਤਾ ਲੱਗ ਗਿਆ। ਪਰ ਇੱਥੇ ਜਦੋਂ ਅਰਥ ਨੂੰ ਟਵਿਸਟ ਕਰ ਦਿਓ ਤਾਂ ਫਿਰ ਬਹਿਸ ਹੀ ਚੱਲਣੀ ਹੈ। ਬਹਿਸ ਹੀ ਚੱਲਣੀ ਹੈ। ਅਰਥ ਕੀ ਹੈ ਜੋ ਮੈਂ ਕਹਿੰਦਾ, ਤੁਸੀਂ ਕੱਲ ਇਹ ਕਹਿ ਰਹੇ ਸੀ ਨਹੀਂ ਕੱਲ ਮੈਨੂੰ ਉਹ ਸੂਟ ਕਰਦਾ ਸੀ, ਅੱਜ ਮੈਨੂੰ ਇਹ ਅਰਥ ਸੂਟ ਕਰਦਾ, ਅੱਜ ਇਹਦਾ ਇਹ ਅਰਥ ਹੈ।
ਮਤਲਬ ਰੋਜ਼ ਹੀ ਤੁਸੀਂ ਇੱਕ ਚੀਜ਼ ਦੇ ਅਰਥ ਬਦਲੋਗੇ ਤਾਂ ਡਿਬੇਟ ਕੀ ਹੈ ਉੱਥੇ, ਤਾਂ ਇੱਕ ਦੂਜੇ ਦੇ ਲੋਕੀ ਕੱਪੜੇ ਫਾੜ ਦੇਣਗੇ, ਇਦਾਂ ਦੀ ਡਿਸਕਸ਼ਨ ਹੋਣੀ ਸ਼ੁਰੂ ਹੋ ਜਾਣਗੀਆਂ। ਹੁਣ ਅਸੀਂ ਦੇਖਦੇ ਹੀ ਪਏ ਹਾਂ ਜਿਹੜਾ ਇਹ ਡੀਸੀਪੀ ਡੋਗਰਾ ਦਾ ਕੇਸ ਹੋਇਆ ਹੈ ਵਾਕਈ। ਤੇ ਨਾਲ ਅਮਨ ਅਰੋੜਾ ਬਹਿਸਬਾਜ਼ੀ। ਅੱਛਾ, ਤੁਸੀਂ ਬੜਾ ਇਹਦੇ 'ਚ ਦਿਲਚਸਪੀ ਲੈਣ ਨਹੀਂ, ਮੈਂ ਦੇਖਿਆ, ਮੈਨੂੰ ਲੱਗਦਾ ਸੀ ਕਿ ਇਹ ਮੁੱਦਾ ਨਹੀਂ ਹੈ ਵੀ ਡਿਸਕਸ ਨਹੀਂ ਕਰਨਾ, ਮੈਂ ਪੜ੍ਹ ਵੀ ਨਹੀਂ ਸੀ ਰਿਹਾ ਇਸ ਮੁੱਦੇ ਬਾਰੇ, ਜਸਟ ਹੈਡਲਾਈਨਸ ਹੀ ਪੜ੍ਹ ਰਿਹਾ ਸੀਗਾ ਕਿ ਕਿੱਦਾਂ ਸ਼ੁਰੂਆਤ ਹੋਈ ਇਹਨਾਂ ਦੇ ਮੁੱਦੇ ਗੱਲ ਤੇ ਦੇਖੋ, ਗੱਲ ਤਾਂ ਸਿਰਫ ਇਹ ਕੋਈ ਪ੍ਰਾਪਰਟੀ ਮੈਟਰ ਹੈ, ਉਹਦੇ ਵਿੱਚ ਕੋਈ ਇਹਨਾਂ ਨੇ, ਮੈਨੂੰ ਇੰਨਾ ਪਤਾ ਸੀ ਵੀ ਕੰਪਨੀ ਬਾਗ, ਆਪਾਂ ਜਲੰਧਰ ਬੈਠੇ ਹਾਂ ਤੇ ਕੰਪਨੀ ਬਾਗ ਕੋਈ ਦੁਕਾਨ ਸੀ ਜਿਹਦੀ ਲੜਾਈ ਚੱਲਦੀ ਸੀ, ਪ੍ਰਾਪਰਟੀ ਮੈਟਰ ਹੈ, ਉਹਦੇ ਵਿੱਚੋਂ ਬਹਿਸਬਾਜ਼ੀ ਹੋ ਗਈ, ਉਹਦੇ ਵਿੱਚੋਂ ਫੋਨ ਦੇ ਉੱਤੇ ਵੀ ਤੂੰ ਤੜਕ ਹੋਈ, ਉਸ ਤੋਂ ਬਾਅਦ ਆਪਸ ਦੇ ਵਿੱਚ ਆਮਣੋ ਸਾਹਮਣੇ ਬਹਿਸਬਾਜ਼ੀ ਹੋ ਗਈ, ਫਿਰ ਇੱਕ ਹੋਟਲ ਦੇ ਵਿੱਚ ਬਹਿ ਕੇ ਸਾਰੀ ਰਾਤ ਮੀਟਿੰਗ ਹੁੰਦੀ ਰਹੀ ਔਰ ਪੁਲਿਸ ਦੇ ਹਾਈ ਅਫੀਸ਼ੀਅਲਸ ਵੀ ਇਨਵੋਲਵ। ਅੱਛਾ, ਡੀਸੀਪੀ ਜੀ ਸਾਹਿਬ ਬੈਠੇ ਹੋ ਸੀਗੇ ਇੱਕ ਹੋਟਲ ਦੇ ਵਿੱਚ ਤੇ ਡੋਗਰਾ, ਨਹੀਂ, ਉਸ ਤੋਂ ਬਾਅਦ ਜਦੋਂ ਰਾਜ਼ੀਨਾਮੇ ਵਾਸਤੇ ਪ੍ਰੈਸ਼ਰ ਹੋਏ, ਕਿਉਂਕਿ ਪਹਿਲਾਂ ਤੇ ਜਿਹੜੇ ਇਹ ਅਮਨ ਅਰੋੜਾ ਜੀ ਨੇ, ਇਹਨਾਂ ਦੇ ਸਾਰੇ ਵਿਧਾਇਕ ਔਰ ਪੁਲਿਸ ਦੇ ਉੱਤੇ ਪ੍ਰੈਸ਼ਰ ਔਰ ਇਦਾਂ ਕਰੋ, ਇਹਨਾਂ ਦੇ ਖਿਲਾਫ FIR ਕਰੋ, ਇਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ ਸਾਡੇ ਅਮਨ ਅਰੋੜਾ ਜੀ ਦੇ ਉੱਤੇ। ਫਿਰ ਇੱਕ ਵੀਡੀਓ ਵਾਇਰਲ ਹੋਈ ਜਿਹਦੇ 'ਚ ਉਹਨਾਂ ਨੇ ਦਿਖਾਇਆ ਕਿ ACP ਨਾਲ ਉਹ ਸਲੂਕ ਕੀਤਾ ਜਾ ਰਿਹਾ ਜੋ ਬਿਲਕੁਲ ਨਹੀਂ ਕਰਨਾ ਚਾਹੀਦਾ। ਕਮ ਸੇ ਕਮ ਸੰਵਿਧਾਨ ਦੀ ਡਿਗਨਿਟੀ ਦਾ ਦੇਖੋ ਕਿ ਸੰਵਿਧਾਨ ਦੇ ਮੁਤਾਬਿਕ ਉਹਨਾਂ ਨੂੰ ਕੀ ਪੋਸਟ ਦਿੱਤੀ ਗਈ ਹੈ। DCP ਨਾਲ ਇਦਾਂ ਦਾ ਉਹਨਾਂ ਨੂੰ ਜ਼ਮੀਨ ਤੇ ਬਿਠਾਓਗੇ ਤੁਸੀਂ? ਇਦਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ। ਫਿਰ ਬੈਕ ਫੁੱਟ ਤੇ ਹੋ ਗਏ, ਫਿਰ ਪੁਲਿਸ ਫਰੰਟ ਫੁੱਟ ਤੇ ਆ ਗਈ। ਫਿਰ ਜਦੋਂ ਪੂਰਾ ਪ੍ਰੈਸ਼ਰ ਹੋ ਗਿਆ, ਫਿਰ ਜੀ ਸਲਾਹ ਕਰੋ ਜੀ, ਫਿਰ ਜੀ ਸਾਡੀ ਸੁਲਾਹ ਕਰਵਾ ਦਿਓ ਜੀ। ਅੱਛਾ, ਹੁਣ ਤੇ ਕਹਿੰਦੇ ਆ ਵੀ ਅੱਜ ਮੈਂ ਖਬਰ ਪੜ੍ਹੀ ਸੀ ਡੋਗਰਾ ਸਾਹਿਬ ਨੂੰ ਤਬਾਦਲਾ ਕਰ ਦਿੱਤਾ। ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਹੋਇਆ, ਪਰ ਉਹਨਾਂ ਦੀ ਟ੍ਰਾਂਸਫਰ ਹੋ ਗਈ ਆ। ਸੋ ਇੱਧਰ ACP ਸਾਹਿਬ ਟ੍ਰਾਂਸਫਰ ਹੋਏ, ਉਹ ਅਮਨ ਅਰੋੜਾ ਸਾਹਿਬ ਆਪਣੇ ਜਿਹੜੀ ਉਹਨਾਂ ਦੀ ਸਾਰੇ ਗਰੁੱਪ ਹੈ, ਐਕਚੁਅਲੀ ਉਹਨਾਂ ਨੇ ਇੱਕ ਵਾਰੀ ਇਹ ਤਾਂ ਦਿਖਾਤਾ ਕਿ ਸਾਡਾ ਪ੍ਰੈਸ਼ਰ ਅਸੀਂ। ਪਰ ਮੈਂ ਇਹ ਸੋਚ ਰਿਹਾ ਸੀਗਾ ਵੀ ਵੈਸੇ ਤਾਂ ਅਸੀਂ ਕਹਿੰਦੇ ਕਿ ਬਿਊਰੋਕ੍ਰੇਸੀ ਬਹੁਤ ਹੈ ਇਸ ਸਮੇਂ, ਇਹ ਸਾਰੇ ਕਿਉਂ ਨਹੀਂ ਆਏ? ਕਿਉਂਕਿ ਬਹੁਤ ਦੇਖੋ ਗੱਲ ਇਹ ਹੈ ਕਿ ਜਿਹੜੀ ਪੁਲਿਸ ਆ, ਪ੍ਰਸ਼ਾਸਨ ਹੈ, ਉਹ ਫਿਰ ਵੀ ਇੱਕ ਦੇ ਆਰ ਬਾਈਂਡ ਬਾਈ ਦਾ ਬੁੱਕ। ਜੋ ਬੁੱਕ ਦੇ ਵਿੱਚ ਉਹਨਾਂ ਨੂੰ ਰੂਲਸ ਮਿਲਣਗੇ, ਉਹਨਾਂ ਨੂੰ ਉਹਦੇ ਮੁਤਾਬਿਕ ਚੱਲਣਾ ਹੀ ਪੈਣਾ, ਬਿਕੋਜ਼ ਇਟ ਇਜ਼ देयर ਜੌਬ। ਇਹਨਾਂ ਦੇ ਕੋਈ ਰੂਲਸ ਨਹੀਂ ਹੈਗੇ ਜਿਹੜੇ MLA ਨੇ। ਆਪਾਂ ਉਦੋਂ ਵੀ ਗੱਲ ਕਰਦੇ ਸੀ ਵੀ ਪੀਡੀ ਹੈ ਤੇ ਉਹ ਤਾਂ IAS ਵਿਚਾਰੇ ਕਲੀਅਰ ਕਰਦੇ, PCS ਦਾ ਪੇਪਰ ਵੀ ਕਲੀਅਰ ਕਰਦੇ ਆ, ਇਹਨਾਂ ਨੇ 10ਵੀਂ ਦਾ ਵੀ ਨਹੀਂ ਕਲੀਅਰ ਕੀਤਾ ਹੁੰਦਾ ਤੇ ਫਿਰ ਗੱਲਾਂ ਉਹਨਾਂ ਦੇ ਨਾਲ ਬਹਿ ਕੇ ਕਰਦੇ ਆ। ਇੱਕ ਤਾਂ ਕਹਿੰਦੇ ਹੁੰਦੇ ਨਾ ਵੀ ਆਹੀ ਰੱਬ ਬਣਾਈ ਜੋੜੀ, ਹੁਣ ਕੀ ਕਹਿ ਸਕਦੇ ਆ ਵੀ ਜਿੱਦਾਂ ਨਾ ਮਸਟ ਨਾਟ ਸੇ, ਬਟ ਇੱਕ IQ ਲੈਵਲ ਹੁੰਦਾ ਹੈ, IQ ਲੈਵਲ ਦਾ ਫਰਕ ਪੈਂਦਾ, ਇੱਕ ਵਿਜ਼ਨ ਦਾ ਫਰਕ ਪੈਂਦਾ। ਤੁਸੀਂ ਦੇਖੋ ਇੱਕ ਬੰਦਾ ਕਿੱਥੇ ਤੱਕ ਪੜ੍ਹਿਆ ਹੋਇਆ, ਆਲਿਮ ਫਾਜ਼ਿਲ, ਕਿੱਥੇ ਵੱਡੇ ਵੱਡੇ ਕੰਪੀਟੀਸ਼ਨਸ, ਐਗਜ਼ਾਮਸ ਔਰ ਕਿੱਥੇ ਉਹ ਕੰਮ ਕਰਦਾ ਪਿਆ। ਇੱਕ ਬੰਦਾ ਠੀਕ ਹੈ, ਉਹ ਕੋਈ ਵੀ ਹਾਲਾਤ ਰਹੇ ਹੋਣਗੇ ਸਾਡੇ ਦੇਸ਼ ਦੇ ਵਿੱਚ, ਜਿੱਦਾਂ ਦੇ ਹਾਲਾਤ ਨੇ, ਕਿਸੇ ਨੂੰ ਪੜ੍ਹਨ ਦਾ ਮੌਕਾ ਨਹੀਂ ਹੁੰਦਾ। ਨਹੀਂ, ਜਿਹੜੇ ਪੋਲੀਟੀਸ਼ੀਅਨਸ ਹੁੰਦੇ, ਮੈਂ ਤਾਂ ਉਧਰ ਵੀ ਤੁਹਾਨੂੰ ਦੱਸਿਆ ਬੜੀ ਪ੍ਰਿਵਿਲੇਜ ਫੈਮਿਲੀਜ਼ ਤੋਂ ਆ, ਤੇ ਜਦੋਂ ਆ ਜਾਂਦੇ ਨੇ ਕਿਸੇ ਨੂੰ ਕੁਝ ਸਮਝਦਾ ਹੀ ਨਹੀਂ। ਤੁਸੀਂ ਦੇਖੋ ਮਤਲਬ ਇਦਾਂ ਦੀਆਂ ਗੱਲਾਂ, ਛਾਪੇ ਮਾਰੋ ਥਾਂ ਤੇ ਜਾ ਕੇ, ਕਿਸੇ ਟੀਚਰਸ ਨਾਲ ਕਿੱਦਾਂ ਤੁਸੀਂ ਗੱਲ ਕਰ ਰਹੇ ਹੋ, ਹੈ ਨਾ, ਇਹ ਸਭ ਚੀਜ਼ਾਂ। ਹੁਣ ACP ਕਮ ਸੇ ਕਮ ਬੰਦਾ ਦੇਖਦਾ ਤੇ ਹੈ ਕਿ ਮੈਂ ਕਰਦਾ ਕੀ ਪਿਆ। ਅਬ ACP ਲੈਵਲ ਦਾ ਬੰਦਾ ਤੁਸੀਂ ਤੂੰ ਤੜਾਕ ਕਰਕੇ ਗੱਲ ਕਰੋਗੇ, ਡਸ ਨਾਟ ਵਰਥ ਯਾਰ, ਚੰਗਾ ਹੀ ਨਹੀਂ ਲੱਗਦਾ ਬੰਦਾ। ਫਿਰ ਆਪਾਂ ਘੁੰਮ ਫਿਰ ਕੇ ਉਹ ਗੱਲ ਆ ਜਾਂਦੀ ਜਿਹੜੀ ਬੁਰੀ ਲੱਗ ਸਕਦੀ, IQ ਲੈਵਲ ਦੀ ਫਿਰ ਗੱਲ ਆ ਜਾਏਗੀ ਕਿ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਪਏ ਹੋ। ਦੇਖੋ ਤੁਸੀਂ ਜਿੱਥੇ ਵੀ ਹੈਗੇ ਹੋ ਜਾਂ ਜਿਸ ਵੀ ਹਾਲਾਤ 'ਚ ਪੈਦਾ ਹੋਏ ਹੋ, ਜਿਸ ਵੀ ਹਾਲਾਤ 'ਚ ਪੜ੍ਹੇ ਹੋ, ਵੱਡੀ ਫੈਮਿਲੀ ਤੋਂ ਵੀ ਹੋ ਸਕਦੇ ਹੋ, ਛੋਟੀ ਫੈਮਿਲੀ ਤੋਂ ਵੀ ਹੋ ਸਕਦੇ ਹੋ, ਸਟਰਗਲ ਕਰਕੇ ਵੀ ਸਾਹਮਣੇ ਆ ਸਕਦੇ ਹੋ। ਗੱਲ ਇਹ ਹੈ ਕਿ ਜਿੱਥੇ ਤੁਸੀਂ ਇਸ ਵਕਤ ਪੋਜੀਸ਼ਨ ਤੇ ਪਹੁੰਚੇ ਹੋ, ਤੁਸੀਂ ਉਸ ਪੋਜੀਸ਼ਨ ਤੇ ਪਹੁੰਚ ਕੇ ਤੁਸੀਂ ਕਿੰਨਾ ਕੁ ਲਰਨ ਕਰਦੇ ਤੁਰੇ ਆ ਰਹੇ ਹੋ। ਤੁਸੀਂ ਗੱਲ ਕਰਨ ਦਾ ਤਰੀਕਾ ਦੇਖੋ, ਠੀਕ ਹੈ। ਸਾਡੇ ਸਾਹਮਣੇ ਡਾਕਟਰ ਮਨਮੋਹਨ ਸਿੰਘ ਜੀ ਦੀ ਐਗਜ਼ਾਮਪਲ ਹੈ, ਬੜੀ ਸਧਾਰਨ ਫੈਮਿਲੀ ਤੋਂ ਤੁਰੇ ਕਿੱਥੇ ਤੱਕ, ਉਹਨਾਂ ਦਾ ਗੱਲ ਕਰਨ ਦਾ ਲਹਿਜਾ ਦੇਖੋ, ਠੀਕ ਹੈ। ਡਾਕਟਰ ਭੀਮ ਰਾਓ ਅੰਬੇਦਕਰ ਸਧਾਰਨ ਫੈਮਿਲੀ ਤੋਂ ਤੁਰੇ, ਕਿੰਨੀ ਸਟਰਗਲ ਕਰਕੇ ਕਿੱਥੇ ਤੱਕ ਪਹੁੰਚੇ, ਉਹਨਾਂ ਦਾ ਗੱਲ ਕਰਨ ਦਾ ਲਹਿਜਾ ਦੇਖੋ। ਹਰੇਕ ਬੰਦਾ ਐਜੂਕੇਟ ਕਰਦਾ ਆਪਣੇ ਆਪ ਨੂੰ। ਐਜੂਕੇਸ਼ਨ ਸਿਰਫ ਇਹ ਨਹੀਂ ਕਿ ਸਕੂਲਾਂ ਕਾਲਜਾਂ ਦੇ ਵਿੱਚ, ਲਾਈਫ ਦੇ ਵਿੱਚ ਹਰ ਵੇਲੇ ਐਜੂਕੇਸ਼ਨ ਆ। ਤੁਸੀਂ ਤਿਆਰ ਹੋਣੇ ਚਾਹੀਦੇ ਹੋ ਸਟੂਡੈਂਟ ਬਣਨ ਵਾਸਤੇ। ਵਾਕਈ ਕੀ ਤੁਸੀਂ ਤਿਆਰ ਹੋ? ਕਿਉਂਕਿ ਚੰਗੇ ਸਭ ਡਾਇਰੈਕਟ ਆ ਗਏ ਨੇ। ਕਿਉਂਕਿ ਜੇਕਰ ਆਪਾਂ ਗੱਲ ਕਰਦੇ ਆ ਨਾ ਵੀ ਚੰਗੇ ਇਨਸਾਨ ਜਾਂ ਫਿਰ ਜ਼ਿੰਮੇਵਾਰ ਨਾਗਰਿਕ ਬਣਨਾ, ਤਾਂ ਉਹਦੇ ਲਈ ਵੀ ਐਜੂਕੇਟ ਹੋਣਾ ਬਹੁਤ ਜ਼ਰੂਰੀ ਆ। ਬਿਲਕੁਲ ਜ਼ਰੂਰੀ ਹੈ। ਔਰ ਉਮੀਦ ਆ ਕਿ ਤੁਸੀਂ ਉਨਾ ਕੁ ਕਰ ਲੈਂਦੇ ਹੋਵੋਗੇ ਜਿੰਨਾ ਕੁ ਜ਼ਰੂਰੀ ਹੈ ਇਹਨਾਂ ਨੇਤਾ ਲੋਕਾਂ ਤੋਂ ਸਵਾਲ ਪੁੱਛਣ ਦੇ ਲਈ। ਫਿਲਹਾਲ ਮੈਨੂੰ ਤੇ ਸੰਜੀਵ ਜੀ ਨੂੰ ਦਿਓ ਆਗਿਆ, ਤੇ ਅਸੀਂ ਫਿਰ ਮਿਲਾਂਗੇ। ਤਦ ਤੱਕ ਦੇ ਲਈ ਦੇਖਦੇ ਰਹੋ ਪੰਜਾਬ ਮੇਰੀ USA TV। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।